ਵਾਇਸ ਆਫ ਇੰਡੀਆ ਦੇ ਵਿਹੜੇ ਵਿੱਚ ਬਾਦਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ। ਧੰਨਵਾਦ ਭਾਜੀ ਐਮਪੀ ਸਿੰਘ ਜੀ ਤੇ ਵਾਇਸ ਆਫ ਇੰਡੀਆ ਦੀ ਸਾਰੀ ਟੀਮ ਦਾ ਧੰਨਵਾਦ ਜੀ, ਕਿਉਂਕਿ ਖਸ ਜਿੰਨੀ ਕਦਰ ਨਾ ਮੇਰੀ ਤੇ ਸਾਹਿਬ ਹੱਥ ਭਲਿਆਈਆਂ, ਮੈਂ ਗਲੀਆਂ ਦਾ ਕੂੜਾ ਰੂੜਾ ਤੇ ਤੂੰ ਮਹਿਲ ਬਿਠਾਇਆ ਸਾਈਆਂ। ਇਹ ਉਹਦੀ ਕਿਰਪਾ ਜੀ, ਉਹਦੀ ਪਰਮਾਤਮਾ ਦੀ ਤੁਹਾਡਾ ਮੇਲ ਹੋਇਆ। ਅੱਜ ਸ਼ੁਰੂਆਤ ਹੀ ਤੁਸੀਂ ਬਾਉਂਸਰ ਮਾਰਨੇ ਸ਼ੁਰੂ ਕਰਤੇ, ਕੀ ਚੱਕਰ ਹੈ? ਨਹੀਂ, ਬਾਉਂਸਰ ਫਿਰ ਇਸ ਕਰਕੇ ਕਿਉਂਕਿ ਜੇ ਉਹਦੀ ਰਜਾ 'ਚ ਹੀ ਚੱਲਣਾ ਆ, ਜਿਵੇਂ ਅਸੀਂ ਪਿਛਲੀ ਵਾਰੀ ਹਰ ਵਾਰੀ ਕਹਿੰਦੇ ਰਹੇ ਆ, ਤੇ ਫਿਰ ਰਜਾ 'ਚ ਹੀ ਰਹਿਣਾ ਚਾਹੀਦਾ। ਉਹ ਕਹਿੰਦੇ ਕਿ ਜੇ ਨਹੀਂ ਵਿੱਚ ਰਜਾ ਤੇ ਆਪੇ ਮਿਲੂਗੀ। ਗੱਲ ਤੁਹਾਡੀ ਠੀਕ ਹੈ, 16 ਨੇ ਸੱਚ ਹੈ, ਮੰਨਣ ਵਾਲੀ ਹੈ। ਹਾਂਜੀ ਹਾਂਜੀ, ਜੇ ਕੋਈ ਮੰਨੇ ਤਾਂ ਚੰਗੀ ਗੱਲ ਹੈ, ਨਹੀਂ ਮੰਨੇ ਤਾਂ ਚਲੋ ਆਪਾਂ ਕੁਝ ਜ਼ੋਰ ਤਾਂ ਹੈ ਨਹੀਂ। ਬਿਲਕੁਲ। ਇੱਕ ਗੱਲ ਮੈਂ ਜਿਹੜੀ ਕਰਨੀ ਚਾਹੁੰਦਾ ਅੱਜ ਖਾਸ ਤੁਹਾਡੇ ਨਾਲ, ਹਾਂਜੀ, ਉਹ ਇਹ ਹੈ ਬਾਬਾ ਸਾਹਿਬ ਕਿ ਤੁਸੀਂ ਸਾਰੇ ਕਿਸੇ ਨਾ ਕਿਸੇ ਬਹਾਨੇ ਨਾਲ ਬਿਲਕੁਲ ਆਪਦੇ ਜਨਮ ਭੂਮੀ ਤੋਂ ਦੂਰ ਕਰਮ ਭੂਮੀ ਤੇ ਆਏ। ਕਰਮ ਭੂਮੀ ਤੇ ਜਿਹੜੇ ਪਿੱਛੇ ਰਹਿ ਗਏ, ਹਾਂਜੀ, ਜਦੋਂ ਉਹ ਕਹਿੰਦੇ ਭਾਈ ਜੀ ਤੁਹਾਡਾ ਦਾ ਵਜਾ ਸਾਡਾ ਵੀ ਵੱਜਣਾ ਚਾਹੀਦਾ, ਬਿਲਕੁਲ ਤੁਸੀਂ ਕਿਸੇ ਤਰੀਕੇ ਨਾਲ ਜਹਾਜ਼ੇ ਚੜ ਗਏ ਆ ਹਾਂਜੀ ਤੇ ਹਾਂਜੀ, ਝੂਟਾ ਸਾਨੂੰ ਵੀ ਦਵਾ ਦਿਓ। ਹੁਣ ਜਦੋਂ ਅਸੀਂ ਉਹਨਾਂ ਨੂੰ ਦੱਸੀ ਦੋ ਭਾਈ ਲੱਗਦਾ ਹੀ ਆ ਦੂਰ ਦੇ ਢੋਲ ਬੜੇ ਸੁਹਾਵਣੇ ਹੁੰਦੇ ਆ, ਪਰ ਅਸਲੀਅਤ ਕੁਝ ਹੋਰ ਜਿਹੜੀ ਤੁਹਾਨੂੰ ਨਹੀਂ ਪਤਾ। ਉਹ ਕਹਿੰਦੇ ਚੰਗਾ ਅੱਛਾ ਤੁਸੀਂ ਚਲੇ ਗਏ ਆ, ਹਾਂਜੀ ਹਾਂਜੀ, ਹੁਣ ਉਹ ਦੇਸ਼ ਤੁਹਾਡੇ ਵਾਸਤੇ ਫਿੱਟ ਹੈ ਤੇ ਸਾਡੇ ਲਈ ਨਹੀਂ ਫਿੱਟ, ਇਦਾਂ ਕਿਉਂ? ਬਿਲਕੁਲ ਜੀ। ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਸਾਡੀ ਨਾ ਇੱਕ ਇਉਂ ਕਹੀਏ ਕਿ ਸੁਭਾਅ ਆ, ਜਿਹਨੂੰ ਅਸੀਂ ਅੰਗਰੇਜ਼ੀ 'ਚ ਮੈਂਟੈਲਿਟੀ ਕਹਿ ਦਿੰਦੇ ਆ ਸਾਡੇ ਲੋਕਾਂ ਦੀ। ਹਾਂਜੀ ਹਾਂਜੀ, ਅਸੀਂ ਜਿਹੜੀ ਚੀਜ਼ ਸਾਨੂੰ ਨਹੀਂ ਦਿਖਦੀ ਉਹ ਵੇਖਣਾ ਚਾਹੁੰਦੇ ਆ। ਕੁਦਰਤੀ ਸੁਭਾਅ ਆ ਹਰ ਬੰਦੇ ਦਾ ਸੁਭਾਅ। ਠੀਕ ਠੀਕ ਹੈ। ਅਸੀਂ ਕਹਿ ਜੀ ਨਾ ਕੰਧੋਲੇ ਕੁਛ ਨਹੀਂ, ਤੇ ਮੈਂ ਜ਼ਰੂਰ ਦੇਖਾਂਗਾ ਕਿਉਂਕਿ ਮੈਨੂੰ ਪਤਾ ਕਿ ਐਮਪੀ ਭਾਜੀ ਨੇ ਕਿਹਾ ਵੀ ਕੰਧੋਲੇ ਕੁਛ ਨਹੀਂ, ਤੇ ਕੁਛ ਨਾ ਕੁਛ ਤਾਂ ਹੋਣਾ ਹੀ ਆ। ਇੱਕ ਤੇ ਇਹ ਚੀਜ਼ ਸਭ ਤੋਂ ਪਹਿਲੀ ਜਿਹੜੀ ਗੱਲ ਹੈ। ਦੂਸਰੀ ਗੱਲ ਸਾਡੀ ਸਭ ਤੋਂ ਵੱਡੀ ਇਹ ਆ ਕਿ ਅਸੀਂ ਲੋਕਾਂ ਨੇ ਸੁਣੀ ਸੁਣਾਈ ਗੱਲ ਤੇ, ਜਿਹਨੂੰ ਵੈਸੇ ਤੇ ਬੜੀ ਗਲਤ ਜੀ ਗੱਲ ਆ, ਰੈਟ ਰੇਸ ਕਹਿ ਦਿੰਦੇ ਗੋਰੇ। ਹਾਂਜੀ, ਅਸੀਂ ਸੁਣੀ ਸੁਣਾਈ ਗੱਲ ਤੇ ਬਹੁਤ ਜ਼ਿਆਦਾ ਇਤਬਾਰ ਕਰਦੇ ਹਾਂ। ਗੱਲਾਂ ਸੁਣ ਕੇ ਪਤਾ ਲੱਗਦਾ ਜੀ, ਹੁਣ ਗ੍ਰੰਥਾਂ 'ਚ ਤਾਂ ਲਿਖਿਆ ਨਹੀਂ ਹੋਇਆ ਵੀ ਕੈਨੇਡਾ ਚੰਗਾ। ਨਹੀਂ, ਵੇਖੋ ਜੇ ਗ੍ਰੰਥਾਂ 'ਚ ਨਹੀਂ ਲਿਖਿਆ ਕੈਨੇਡਾ, ਤੇ ਫਿਰ ਇਹ ਤੇ ਲਿਖਿਆ ਨਾ ਵੀ ਜੋ ਸੁਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ। ਉਹ ਤਾਂ ਗੱਲ ਠੀਕ। ਤੇ ਸਭ ਤੋਂ ਵੱਡੀ ਗੱਲ ਤੇ ਇਹ ਆ ਜੀ, ਇਹ ਤੁਹਾਡਾ ਫੋਨ ਵੱਜ ਕੇ ਮੈਨੂੰ ਲੱਗਦਾ ਇੰਡੀਆ ਤੋਂ ਕਿਸੇ ਰਿਸ਼ਤੇਦਾਰ ਦਾ ਫੋਨ ਆ ਗਿਆ ਕਿ ਬਾਦਲ ਸਾਹਿਬ ਤੁਸੀਂ ਆਪ ਉੱਥੇ ਬੈਠੇ ਹੈਗੇ ਤੇ ਸਾਡੇ ਬਾਰੇ ਗੱਲਾਂ ਕਰੀ ਜਾਂਦੇ ਹੈਗੇ। ਮੈਂ ਕੋਸ਼ਿਸ਼ ਅੱਜ ਇਹੀ ਕਰਾਂਗਾ ਵੀ ਇਹਨੂੰ ਬੰਦ ਕਰਕੇ ਇੱਕ ਸਾਈਡ ਤੇ ਰੱਖ। ਨਹੀਂ, ਬੰਦ ਕਾਹਨੂੰ ਕਰਨਾ, ਤੁਸੀਂ ਸੁਣ ਲਓ ਰਿਸ਼ਤੇਦਾਰ ਦੀ ਕੋਈ ਗੱਲ ਆਈ, ਉਹਨਾਂ ਦੇ ਵਿੱਚੇ ਗੱਲ ਪਾ ਦਿੰਦੇ। ਨਹੀਂ, ਉਹ ਫਿਰ ਗੱਲ ਉਹਨਾਂ ਨੇ ਤੁਹਾਨੂੰ ਇਹੀ ਕਹਿਣਾ ਵੀ ਸਾਡਾ ਵੀ ਵੀਜ਼ਾ ਲਵਾ ਦਿਓ। ਗੱਲ ਲੰਮੀ ਹੋ ਜਾਏਗੀ, ਕਿਉਂਕਿ ਵੀਜ਼ੇ ਵਾਲੀ ਗੱਲ ਜਿਹੜੀ ਆ ਜੀ, ਉਹ ਤੇ ਵੇਖੋ ਰੱਬ ਦੇ ਹੱਥ ਤੇ ਜਾਂ ਏਜੰਟਾਂ ਦੇ ਹੱਥ। ਕਹਿੰਦੇ ਕਿ ਜਾਂ ਵਿਚੋਲਾ ਮਾਰੇ ਤੇ ਜਾਂ ਓਲਾ ਮਾਰੇ। ਠੀਕ ਹੈ। ਓਲਾ ਇਸ ਕਰਕੇ ਮਾਰੇ, ਜਿਵੇਂ ਪਹਿਲਾਂ ਗੱਲ ਕੀਤੀ ਵੀ ਕੰਧ ਓਲੇ ਪ੍ਰਦੇਸ਼ ਹੁੰਦਾ। ਹਾਂਜੀ ਹਾਂਜੀ, ਜਦੋਂ ਕੰਧ ਦੀ ਦੂਜੀ ਸਾਈਡ ਤੇ ਆਪਾਂ ਦੇਖਦੇ ਆ ਜਾਂ ਕੁਝ ਕਰਦੇ ਆ, ਉਦੋਂ ਸਾਨੂੰ ਤਸੱਲੀ ਹੋ ਜਾਂਦੀ ਵੀ ਹੈ ਕੁਝ ਨਹੀਂ ਸੀ। ਵੈਸੇ ਇੰਨੀ ਕਰੇਜ਼ ਕਿਉਂ ਆ ਬਾਦਲ ਸਾਹਿਬ? ਹਾਂਜੀ ਹਾਂਜੀ, ਇਹ ਤੁਸੀਂ ਦੇਖੋ, ਮੈਂ ਅੱਗੇ ਵੀ ਗੱਲ ਕਰਦਾ ਨਾ ਵੀ ਮੋਗੇ ਦੇ ਚੌਂਕ 'ਚ ਕਿਸੇ 'ਚ ਜਾ ਕੇ ਜਹਾਜ਼ ਖੜਾ ਕਰ ਦਿਓ, ਹਾਂਜੀ, ਉਹਨੂੰ ਕਹਿ ਦਿਓ ਵੀ ਆ ਜਾਓ ਕੈਨੇਡਾ ਚਲੀਏ, ਹਾਂਜੀ, ਤੇ ਅੰਦਰ ਘੱਟ ਸਵਾਰੀਆਂ ਹੋਣਗੀਆਂ, ਜਿੱਦਾਂ ਬੱਸਾਂ ਦੇ ਸਵਾਰੀਆਂ ਜ਼ਿਆਦਾ ਹੁੰਦੀਆਂ ਨਾ, ਉੱਪਰ ਚੜੀਆਂ ਹੀ ਆ, ਉਹ ਕੰਡਕਟਰ ਵੀ ਕਹੀ ਜਾਂਦਾ ਚੜ ਜਾਓ ਉੱਪਰ, ਚੜ ਜਾਓ ਉੱਪਰ। ਉਹ ਥੱਲੇ ਵਾਲੀ ਸੀਟਾਂ ਵਾਲੀ ਸਵਾਰੀਆਂ ਦੀ ਗਿਣਤੀ ਨਾਲੋਂ ਛੱਤ ਉੱਤੇ ਜ਼ਿਆਦਾ ਹੁੰਦੇ। ਸ਼ਾਇਦ ਸਾਡੇ ਲੋਕ ਵੀ ਅੰਦਰ ਭਾਵੇਂ ਘੱਟ ਬੈਠਣ, ਉਹ ਕਹਿਣਗੇ ਯਾਰ ਪਰਾਂ ਤੇ ਭਾ ਲਓ, ਸਾਨੂੰ ਜਿੱਥੇ ਮਰਜੀ ਭਾ ਲਓ, ਸਾਨੂੰ ਲੈ ਜਾਓ। ਇਹ ਇੰਨੀ ਕਰੇਜ਼ ਕਿਉਂ? ਵੇਖੋ ਜੀ, ਮੋਗਾ ਕੱਲਾ ਨਹੀਂ ਕਹਿ ਸਕਦੇ, ਹੁਣ ਤੇ ਸਾਰਾ ਪੰਜਾਬ ਹੀ। ਠੀਕ ਹੈ, ਕਿਉਂਕਿ ਸਾਡੇ 'ਚ ਨਾ ਇੱਕ ਚੀਜ਼ ਦੀ ਬੜੀ ਵੱਡੀ ਇਉਂ ਕਹੀਏ ਜਾਂ ਘਾਟ ਕਹਿ ਲਓ ਜਾਂ ਨੈਗੇਟਿਵ ਪੁਆਇੰਟ ਕਹਿ ਲਓ ਪੰਜਾਬੀਆਂ 'ਚ। ਭਾਜੀ ਸੋਹਣੇ ਲੱਗਦੇ ਆ ਕਿ ਭਾਜੀ ਨੇ ਕੀ ਲਾਇਆ ਵਾ। ਭਾਜੀ ਨੇ ਕਹਿਤਾ ਜੀ ਮੈਂ ਤੇ ਦੁੱਧ ਦੀ ਮਲਾਈ ਲਾਉਣਾ, ਮੈਂ ਤੁਹਾਨੂੰ ਦੱਸਣਾ ਨਹੀਂ, ਮੈਂ ਦੁੱਧ ਦੀ ਮਲਾਈ ਲਾਉਣੀ ਸ਼ੁਰੂ ਕਰ ਦੇਣੀ ਚਿਹਰੇ ਨੂੰ। ਮੈਨੂੰ ਭਾਵੇਂ ਉਹਦੇ ਨਾਲ ਚਿਕਨਾਹਟ, ਮੇਰੀ ਅੱਗੇ ਚਿਕਨਾਈ ਵਾਲੀ ਸਕਿਨ ਐਲਰਜੀ ਹੋ ਜੇ, ਭਾਵੇਂ ਕੁਛ ਹੋ ਜੇ। ਸਾਡੇ ਲੋਕਾਂ ਨੇ ਇਹ ਨਹੀਂ ਦੇਖਿਆ ਕਿ ਕਿਹੜੇ ਲੋਕਾਂ ਦਾ ਬਾਹਰ ਜਾਣਾ ਜਾਇਜ਼ ਆ। ਪੜਿਆ ਲਿਖਿਆ, ਨੌਕਰੀ ਨਹੀਂ ਮਿਲੀ, ਆ ਜਾਓ, ਕੋਈ ਗੱਲ ਨਹੀਂ। ਜ਼ਮੀਨ ਘਟਿਆ, ਗੁਜ਼ਾਰਾ ਨਹੀਂ ਹੁੰਦਾ, ਇੱਕ ਅੱਧਾ ਬੰਦਾ ਬਾਹਰ ਆ ਜਾਓ ਤਾਂ ਕਿ ਪਿਛਲਿਆਂ ਦਾ ਗੁਜ਼ਾਰਾ ਵਧੀਆ ਚੱਲ ਜਾਏ। ਸਬਜੈਕਟ ਤੇ ਇਹ ਸੀਗਾ ਜਿਹਦੇ ਉੱਤੇ ਪੜ੍ਹਾਈ ਹੋਣੀ ਸੀਗੀ। ਨਹੀਂ, ਪਰ ਦੇਖੋ ਬਾਦਲ ਸਾਹਿਬ, ਤੁਸੀਂ ਦੋਨੋਂ ਗੱਲਾਂ ਕੀਤੀਆਂ ਵੀ ਇੱਕ ਤਾਂ ਇਹ ਆ ਕਿ ਜੇ ਤੁਸੀਂ ਬੇਰੁਜ਼ਗਾਰ ਹੋ, ਪੜ੍ਹ ਲਿਖ ਗਏ ਹੋ, ਕੰਮ ਨਹੀਂ ਮਿਲਦਾ, ਸਰਕਾਰ ਜੌਬ ਨਹੀਂ ਦਿੰਦੀ ਜਾਂ ਤੁਹਾਨੂੰ ਮਿਲਦੀ ਨਹੀਂ, ਤੁਸੀਂ ਬਾਹਰ ਆ ਜਾਓ। ਇਹ ਤਾਂ ਗੱਲ ਘਰ ਘਰ ਦੀ ਕਹਾਣੀ ਬਣੀ ਹੋਈ ਇੱਥੇ। ਨਹੀਂ, ਕਿਉਂ ਨਾ ਲੋਕੀ ਲਾਈਨਾਂ ਲਾ ਕੇ ਏਜੰਟਾਂ ਦੇ ਦੁਆਲੇ ਗੇੜੇ ਕੱਢਣ ਵੀ ਭਾਈ ਕਿਸੇ ਤਰੀਕੇ ਨਾਲ ਵੀ ਸਾਨੂੰ ਲਿਆ ਜਾ, ਜਿੱਦਾਂ ਮਰਜ਼ੀ ਲਿਆ। ਵੈਸੇ ਉਹ ਗੱਲ ਤੇ ਵੈਸੇ ਹਾਸੇ ਵਾਲੀ ਆ। ਮੀਰ ਜ਼ਿਆਦਾ ਸੀ ਕੋਈ, ਮਰਾਸੀ ਸੀ, ਉਹ 2-3 ਭਰਾ ਕੁਆਰੇ ਰਹਿ ਗਏ। ਅੱਛਾ ਜੀ, ਕਹਿਣ ਦਾ ਮਤਲਬ ਜਿਹਨਾਂ ਨੂੰ ਅਸੀਂ ਛੜੇ ਕਹਿ ਦਿੰਦੇ ਪੰਜਾਬੀ 'ਚ। ਹਾਂਜੀ ਹਾਂਜੀ,
ਹੁਣ ਜਦੋਂ ਉਹਨਾਂ ਨੇ ਦੇਖਿਆ ਕਰਨਾ ਵੀ ਉਹਨਾਂ ਦੇ ਬੂਹੇ ਅੱਗੇ ਕਿਸੇ ਨੇ ਵੀ ਲੰਘਿਆ ਕਰਨਾ ਨਾ, ਸੋਹਣੇ ਕੱਪੜੇ ਪਾਏ ਜੇ ਉਹ, ਤੇ ਉਹਨਾਂ ਸਾਰੇ ਟੱਬਰ ਨੇ ਟੈਨਸ਼ਨ ਹੋ ਜਾਣਾ ਵੀ ਹੋ ਸਕਦਾ ਰਿਸ਼ਤੇ ਵਾਲੇ ਆਏ ਹੋਣ। ਅੱਛਾ, ਰਿਸ਼ਤਾ ਲੈ ਕੇ ਆਏ ਹੋਣ। ਰਿਸ਼ਤਾ ਲੈ ਕੇ ਸਾਡੇ ਪੰਜਾਬੀਆਂ ਦਾ ਉਹ ਸੁਭਾਅ ਹੋ ਗਿਆ ਵੀ ਆਪਾਂ ਜਿਹੜਾ ਵੀ ਬੰਦਾ ਕੈਨੇਡਾ ਨੂੰ, ਅਮਰੀਕਾ ਨੂੰ, ਯੂਰਪ ਨੂੰ ਚੜ ਜਾਂਦਾ ਆ, ਉਹ ਤੋਂ ਬਾਅਦ ਦੂਜਿਆਂ ਸਾਰਿਆਂ ਨੂੰ ਇੱਕ ਆਸ ਹੋ ਜਾਂਦੀ ਵੀ ਉਹਦਾ ਜੇ ਫੋਨ ਵੀ ਆਉਂਦਾ ਤੇ ਲੈ ਇਹ ਤਾਂ ਸਾਨੂੰ ਬੁਲਾਏਗਾ, ਇਹ ਤਾਂ ਸਾਨੂੰ ਕਰੇਗਾ। ਦੂਸਰੀ ਗੱਲ ਇਹ ਕਿ ਆਪਾਂ ਜਿਵੇਂ ਮੈਂ ਅੱਗੇ ਗੱਲ ਕੀਤੀ ਸੀ ਕਿ ਇੱਕ ਲਾਈ ਲੱਗ ਕੌਮ ਆ, ਮੈਨੂੰ ਕਹਿਣ 'ਚ ਕੋਈ ਹਿਜਕ ਨਹੀਂ ਦੀ। ਅਸੀਂ ਲਾਈ ਲੱਗ, ਹੋਰ ਨਹੀਂ ਲੋਕ ਨਹੀਂ। ਵੇਖੋ ਗੋਰੇ ਕਿੰਨੇ ਕੁ ਲਾਈ ਲੱਗ ਨੇ। ਨਹੀਂ, ਉਹ ਤਾਂ ਲਾਈ ਲੱਗ ਹੋ ਹੀ ਨਹੀਂ ਸਕਦੇ। ਉਹ ਤਾਂ ਕਹਿੰਦੇ ਅਸੀਂ ਅੱਜ ਦਾ ਦਿਨ ਇੰਜੋਏ ਕਰ ਰਹੇ ਹਾਂ, ਕੱਲ ਜੋਬ ਦੇਖੀ ਜੋ। ਫਿਰ ਸਾਡੇ ਵਰਗੇ ਇੱਕ ਫਿਲੀਪੀਨੋ ਵਿਚਾਰੇ ਜਿਹੜੇ ਮਤਲਬ ਏਸ਼ੀਅਨ, ਮੈਂ ਕਹਿ ਸਕਦਾ ਕਿ ਸਾਊਥ ਏਸ਼ੀਅਨ ਸਾਰੇ ਇਦਾਂ ਦੇ ਤਕਰੀਬਨ ਸਾਰੇ ਇਹੋ ਜਿਹੇ ਆ। ਹਿਊਮੈਨਿਟੀ ਦੇ ਵਿੱਚ ਆਪਾਂ ਆਲ ਓਵਰ ਸਾਰਿਆਂ ਨੂੰ ਬੰਨ ਨਹੀਂ ਸਕਦੇ। ਸਾਡੇ ਪੰਜਾਬੀਆਂ 'ਚ ਵੀ ਚੰਗੇ ਨੇ। ਅਸੀਂ ਆਪਣੇ ਪਰਿਵਾਰਾਂ ਦਾ ਵੀ ਸੋਚਦੇ ਹਾਂ, ਰਿਸ਼ਤੇਦਾਰਾਂ ਦਾ ਵੀ ਸੋਚਦੇ ਹਾਂ, ਦੋਸਤਾਂ ਮਿੱਤਰਾਂ ਦਾ ਵੀ। ਕਿਸੇ ਦਾ ਨਹੀਂ ਸੋਚਦੇ ਜੀ, ਨਹੀਂ ਸੋਚਦੇ ਆਪਾਂ ਕਿਸੇ ਦਾ ਨਹੀਂ ਸੋਚਦੇ। ਪਰ ਜਦੋਂ ਆਪਾਂ ਲਾਈਨਾਂ ਬੰਨ ਕੇ ਉਹਨਾਂ ਦੇ ਰਿਸ਼ਤੇ ਕਰਾ ਕੇ ਮੁੰਡੇ ਕੁੜੀਆਂ ਦੇ ਲਈ ਜਾਂਦੇ ਇੱਧਰ, ਉਦੋਂ ਇਹੀ ਸੋਚਣਾ ਭਾਜੀ ਦੋ ਹੀ ਚੀਜ਼ਾਂ ਨੇ। ਤੁਹਾਨੂੰ ਲੱਗੂ ਤੇ ਮੇਰੀ ਗੱਲ ਬੁਰੀ, ਜਾਂ ਤੇ ਪੈਸਾ ਆ ਇੱਧਰ, ਤੇ ਜਾਂ ਇਹ ਆ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਇੱਥੇ ਸਾਲਿਆਂ ਦੀ ਭਣਵਈਆਂ ਨਾ ਬਣੇ, ਜਿਵੇਂ ਜੱਟ ਦੀ ਭਈਆਂ ਨਾ ਬਣੇ। ਕਿਉਂਕਿ ਵੈਸੇ ਭਈਏ ਮੈਂ ਮਾੜੇ ਸ਼ਬਦ ਨਹੀਂ ਵਰਤ ਲਿਆ, ਉਹ ਭਾਈ ਚਲੋ ਕਾਮੇ ਹੁੰਦੇ ਆ। ਕੰਮ ਅਸੀਂ ਉਹਦੇ ਕੋਲ ਲਈ ਜਾਣਾ, ਦਬਕਾ ਮਾਰੀ ਜਾਣਾ। ਲੇਕਿਨ ਗੱਲ ਇਹ ਆ ਵੀ ਉਹਨੂੰ ਅਸੀਂ ਕਦੀ ਆਪਣੇ, ਤੁਸੀਂ ਡਰਾਈਵਿੰਗ ਰੂਮ 'ਚ ਦੂਜੇ ਪ੍ਰਾਹੁਣਿਆਂ ਨਾਲ ਬਿਠਾਉਂਦੇ ਜੀ, ਦੂਜਿਆਂ ਨਾਲ ਕਰਦੇ ਜੀ, ਨਹੀਂ ਨਾ। ਉਹ ਕਮੀ ਆ। ਹਾਂ, ਉਹ ਵਿਤਕਰਾ ਜਿਹੜਾ ਨਾ, ਉਹ ਸੇਮ ਸਾਡਾ ਹੁੰਦਾ ਵੀ ਮੈਂ ਕੈਨੇਡਾ ਆ ਗਿਆ, ਇਹ ਨਾ ਆ ਜੇ। ਅੱਛਾ, ਅੱਜ ਟੋਟਕਾ ਦੁਬਾਰਾ ਸੁਣਾਈਓ। ਸਾਲੇ ਦੀ ਨਾ ਬਣੇ ਕਿੱਦਾਂ? ਇੱਥੇ ਸਾਲਿਆਂ ਦੀ ਨਾ ਬਣੇ, ਭਣਵਈਆਂ ਦੀ ਨਾ ਬਣੇ। ਅੱਛਾ ਅੱਛਾ, ਜਿਵੇਂ ਕਿਸੇ ਜੱਟ ਦੀ, ਜੱਟ ਤਾਂ ਵੈਸੇ ਇੱਕ ਨਾਂ ਹੀ ਆ, ਜਾਂ ਕਿਸੇ ਕਿਸਾਨ ਦੀ ਭਈਆਂ ਨਾ ਬਣੇ। ਭਈਆਂ ਨਾਲ ਇਸ ਕਰਕੇ ਨਹੀਂ ਬਣਦੀ ਕਿ ਸਾਰਾ ਕੰਮ ਉਹਦੇ ਕੋਲ, ਗਰੀਬ ਕੋਲ ਲੈਣਾ, ਸਭ ਕੁਝ ਉਹਦੇ ਕੋਲ ਕਰਾਉਣਾ, ਘਰ ਮੇਰਾ ਘਰ ਸਾਂਭਦਾ। ਪਰ ਕਦੀ ਕਿਸੇ ਨੇ ਕਿਹਾ ਵੀ ਇਹ ਮੇਰਾ ਪਰਿਵਾਰ ਦਾ ਮੈਂਬਰ ਆ ਜਾਂ ਜੇ। ਸੇਮ ਚੀਜ਼ ਸਾਡੇ ਪੰਜਾਬੀਆਂ 'ਚ, ਸੌਰੀ ਤੁਹਾਡੀ ਮੈਂ ਗੱਲ ਕੱਟ ਰਿਹਾ, ਸੇਮ ਚੀਜ਼ ਸਾਡੇ ਪੰਜਾਬੀਆਂ 'ਚ। ਪੰਜਾਬੀਆਂ 'ਚ ਇੱਕ ਬੜੀ ਤਗੜੀ ਗੱਲ ਆ, ਉੱਥੋਂ ਸੱਦ ਲਿਆ, ਪੈਸੇ ਲੈ ਕੇ ਸਪਾਂਸਰ ਕੀਤਾ, ਜਾਂ ਵੈਸੇ ਸਪਾਂਸਰ ਕੀਤਾ, ਕਿਸੇ ਰਿਸ਼ਤੇ 'ਚ ਸਪਾਂਸਰ ਕਰਤਾ, ਜਾਂ ਮੁੰਡਾ 30-35 ਲੱਖ 'ਚ ਵੇਚਤਾ, ਜਾਂ ਕੁੜੀ 25-30 ਲੱਖ 'ਚ ਵੇਚਤੀ। ਇਧਰੋਂ ਮੈਂ ਵੇਚਤੀ ਕਹਾਂਗਾ, ਵੇਚਤੀ ਕਿਉਂਕਿ ਬੜਾ ਗੰਦਾ ਸ਼ਬਦ ਹੈ, ਪਰ ਇਹ ਜ਼ਰੂਰੀ ਆ। ਇਹ ਹੋ ਰਿਹਾ। ਕੁੜੀਆਂ ਆਈਲੈਟਸ ਤੋਂ 6.5 ਬੈਂਡ ਲੈਂਦੀਆਂ, ਮੁੰਡੇ ਵਾਲੇ 25-30 ਲੱਖ ਲਾ ਰਹੇ, ਮੁੜ ਕੇ ਰੋ ਰਹੇ ਆ। ਸਭ ਤੋਂ ਵੱਡੀ ਥਿਊਰੀ ਆ ਕਿ ਆਪਾਂ ਚਲੇ ਕਿਹੜੇ ਪਾਸੇ ਗਏ ਆ। ਸਾਡੇ ਤੇ ਇੱਕ ਉਹ ਹੁੰਦੀ ਸੀ ਕਿ ਉਹ ਗੁੜ ਦੀ ਰੋੜੀ ਨਾਲ ਰਿਸ਼ਤੇ ਹੁੰਦੇ ਸੀ, ਮੈਂ ਕਹਿੰਦਾ ਭੁੱਲ ਜਾਓ, ਪੁਰਾਣਾ ਰਿਵਾਜ ਸੀਗਾ। ਉਹਦੇ ਬਾਅਦ ਵੇਖਾ ਵਿਖਾਈ ਵਾਲੇ ਹੋ ਗਏ, ਉਹ ਵੀ ਜਾਇਜ਼ ਸੀਗਾ ਵੀ ਵੇਖਾ ਵਿਖਾਈ ਹੁੰਦੀ, ਚਲੋ ਸਹਿਮਤੀ ਹੋ ਗਈ, ਘਰਾਂ ਦੀ ਬਰਾਬਰਤੀ ਹੋ ਗਈ। ਲੇਕਿਨ ਆਪਾਂ ਤੇ ਹੌਲੀ ਹੌਲੀ ਨਿਗਾਰ ਨੂੰ ਇਸ ਪਾਸੇ ਵੱਲ ਨੂੰ ਲੈ ਕੇ ਆ ਗਏ ਵੀ ਚਲੋ ਕੋਈ ਗੱਲ ਨਹੀਂ, ਇਹ ਵੇਖਣਾ ਵੀ ਪੈਸਾ ਕਿੱਥੋਂ ਬਚਦਾ, ਡਾਲਰ ਕਿੱਥੋਂ ਬਚਦੇ। ਤੇ ਮੈਂ ਜਿਹੜਾ ਮਕਾਨ, ਮੈਂ 2 ਸਾਲ ਹੋ ਗਏ ਮੈਨੂੰ ਇੱਥੇ ਆਏ ਨੂੰ, ਮੈਂ ਮਕਾਨ ਲੈਣਾ ਤੇ ਕਿਤਨਾ ਲੈਣਾ, ਚਾਹੇ ਮੈਂ ਥੋੜਾ ਜਿਹਾ ਪਿੱਛੇ ਲੱਗ ਜਾਣਾ ਚਾਹੁੰਦਾ। ਤੁਸੀਂ ਜਿਹੜਾ ਟੋਟਕਾ ਸੁਣਾਇਆ ਸਾਲਿਆਂ ਦੇ ਨਾ ਬਣੇ, ਭਣਵਈਆਂ ਦਾ ਨਾ ਬਣੇ, ਬਣਦੀ ਨਹੀਂ ਜੀ। ਜੱਟਾਂ ਦੀ ਭਈਆਂ ਦੀ ਗੱਲ, ਜੱਟਾਂ ਭਈਆਂ ਦੀ ਬਣ ਗਈ ਹੈ ਜੀ। ਕਿਸਾਨੀ ਅੰਦੋਲਨ ਚੱਲ ਰਿਹਾ ਇੰਡੀਆ ਦੇ ਵਿੱਚ, ਬਿਲਕੁਲ। ਔਰ ਇਸ ਵੇਲੇ ਉਹ ਕਿਰਤੀ ਲੋਕ, ਜੱਟ ਇੱਕ ਐਵੇਂ ਉਹਨਾਂ ਨੂੰ ਫੂਕ ਦੇ ਕੇ ਜੱਟ ਕਿਹਾ ਹੋਇਆ, ਉਹ ਵਿਚਾਰੇ ਫਸ ਗਏ। ਦਿਨ ਤੋਂ ਲੈ ਕੇ ਰਾਤ ਖੋਪੀਏ ਤੱਕ ਮਿੱਟੀ ਨਾਲ ਮਿੱਟੀ ਹੁੰਦੇ ਪਏ ਆ, ਤੇ ਪੱਲੇ ਜਿੰਨਾ ਕੁ ਪੈਂਦਾ ਆਪਾਂ ਨੂੰ ਪਤਾ। ਸਾਰਾ ਟੱਬਰ, ਚਾਹੇ ਬਜ਼ੁਰਗ 80 ਸਾਲਾਂ ਦਾ ਕਿਉਂ ਨਾ ਹੋਵੇ, ਉਹ ਵੀ ਖੇਤ ਜਾਂਦਾ। ਮਾਈ ਬੇਸ਼ੱਕ ਜਿੰਨੀ ਮਰਜ਼ੀ ਕੁੱਬੀ ਹੋਵੇ, ਉਹਦੇ ਕੋਲ ਤੁਰਨਾ ਸਿੱਧਾ ਹੁੰਦਾ ਹੋਵੇ, ਉਹਨੇ ਵੀ ਖੇਤ ਜਾਣਾ। ਜਿੰਨਾ ਚਿਰ ਸਾਰਾ ਪਰਿਵਾਰ ਰਲ ਮਿਲ ਕੇ ਮਿਹਨਤ ਨਹੀਂ ਕਰਦਾ, ਉਹਨਾਂ ਚਿਰ ਤੱਕ ਉਹਨਾਂ ਦਾ ਪੂਰਾ ਨਹੀਂ ਪੂਰੀ ਨਹੀਂ ਪੈਂਦੀ। ਚਲੋ ਮੈਂ ਤੁਹਾਡੀ ਗੱਲ ਕੱਟਣ ਲੱਗਾ, ਇੱਥੇ ਜਿੰਨਾ ਚਿਰ ਸਾਰਾ ਟੱਬਰ ਨਹੀਂ ਮਰਦਾ, ਇੱਥੇ ਤੇ ਕੁੱਕੀ ਨਹੀਂ ਪੂਰੀ ਪੈਂਦੀ। ਨਹੀਂ, ਪਰ ਮੈਂ ਉੱਥੇ ਲੱਗਾ ਸੀ ਦੱਸਣ ਵਾਲੀ ਗੱਲ ਕਿ ਉਹਨਾਂ ਨੂੰ ਸਮਝ ਆ ਗਈ ਕਿ ਜੇ ਜ਼ਮੀਨ ਦਾ ਮਾਲਕ ਤੇ ਉਹਦੇ ਤੇ ਕੰਮ ਕਰਨ ਵਾਲਾ ਕਿਰਤੀ, ਉਹਨਾਂ ਦੀ ਆਪਸ ਵਿੱਚ ਬਣੂਗੀ ਨਹੀਂ, ਏਕਤਾ ਨਹੀਂ ਹੋਊਗੀ, ਤੇ ਸਰਕਾਰ ਦੇ ਕੋਲੋਂ ਉਹ ਆਪਦੇ ਜੇ ਭਲੇ ਦੀ ਕੋਈ ਗੱਲ ਕਰਵਾ ਨਹੀਂ ਸਕਦੇ। ਸਰਕਾਰਾਂ ਤਾਂ ਫੇਵਰ ਹੀ ਕਰਦੀਆਂ, ਚਲੋ ਕੋਸ਼ਿਸ਼ ਤਾਂ ਇਕੱਠੇ ਤੌਰ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਤੁਸੀਂ ਗੱਲ ਇੱਥੋਂ ਦੀ ਕੀਤੀ ਹੈਗੀ, ਕੈਨੇਡਾ ਦੇ ਵਿੱਚ ਜਾਂ ਯੂਰਪੀਅਨ ਕੰਟਰੀ ਸਾਰੇ, ਜਿੱਥੇ ਵੀ ਲੋਕ ਸਾਡੇ ਆਏ ਆ, ਵਡੇਰੇ ਸਾਡੇ ਵੀ ਆਏ, ਸਾਡੇ ਦੇ ਕੰਮ ਬੱਚੇ ਵੀ ਆ ਰਹੇ ਆ, ਆਉਣੇ ਆ। ਇਹਨਾਂ ਤੇ ਪਾਬੰਦੀ ਨਹੀਂ ਲਾ ਜਾ ਸਕਦੀ, ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਜਿੰਨੇ ਮਰਜ਼ੀ ਕਾਇਦੇ ਕਾਨੂੰਨ ਔਖੇ ਬਣਾ ਦਿਓ, ਟਾਈਟ ਕਰ ਦਿਓ ਇਮੀਗ੍ਰੇਸ਼ਨ, ਇਹਨਾਂ ਨੇ ਆਉਣਾ ਚਾਹੀਦਾ। ਜਿਹਦਾ ਵੀ ਦਾ ਵੱਜਦਾ, ਜਿਹਦਾ ਵੀ ਮੌਕਾ ਜਿਹਨੂੰ ਮਿਲਦਾ ਹੈਗਾ, ਓਪਰਚੁਨਿਟੀ ਮਿਲਦੀ ਆ, ਉਹਨੂੰ ਆਉਣਾ ਚਾਹੀਦਾ ਹੈਗਾ। ਪਰ ਇੱਥੇ ਆ ਕੇ ਉੱਥੋਂ ਵਰਗੀ ਐਸ਼ ਹੈ ਨਹੀਂ। ਮੈਂ ਤੁਹਾਨੂੰ ਉਹੀ ਤੇ ਗੱਲ ਕਹਿ ਰਿਹਾ ਨਾ, ਤੁਸੀਂ ਕੀਤਾ ਕਿ ਉਹ 1971-72 'ਚ ਸਾਡੇ ਦਾਦਾ ਜੀ ਕਹਾਵਤ ਸੁਣਾਉਂਦੇ ਹੁੰਦੇ ਸੀ
ਵੀ ਜੱਟ ਦੀ ਨਾ ਬਣੇ ਭਈਆਂ ਦੀ ਨਾ ਬਣੇ। ਉਹ ਤਾਂ ਵੈਸੇ ਦੂਜੀ ਗੱਲ ਕਹਿੰਦੇ ਹੁੰਦੇ ਸੀ ਵੀ ਉੱਥੇ ਪੌਂਡਾਂ ਦੀ ਨਾ ਬਣੇ ਰੁਪਈਆਂ ਦੀ ਨਾ ਬਣੇ ਜੱਟ ਦੀ ਨਾ ਬਣੇ ਭਈਆ। ਉਹ ਬੜੇ ਲੰਮੀ ਚੌੜੀ ਗੱਲ ਸੁਣਾਉਂਦੇ ਹੁੰਦੇ ਸਾਡੇ ਦਾਦਾ ਜੀ, ਕਿਉਂਕਿ ਸਾਡੀ ਫੈਮਿਲੀ 'ਚ 2-3 ਦਾਦਾ ਜੀ, ਉਸ ਤੋਂ ਬਾਅਦ ਸਾਡੀ ਮਦਰ। ਤਕਰੀਬਨ ਪੜ੍ਹਨ ਲਿਖਣ ਦਾ ਸਾਰਿਆਂ ਨੂੰ ਬੜਾ ਚਿੜਕ ਸੀ। ਉਰਦੂ 'ਚ ਪੜ੍ਹਦੇ ਸੀਗੇ ਸਾਡੇ ਮਦਰ ਜਿਹੜੇ ਸੀ। ਉਹ ਉਸ ਤੋਂ ਉਰਦੂ ਤੋਂ ਬਾਅਦ ਉਹਨਾਂ ਨੇ ਪੰਜਾਬੀ ਤੇ ਉਰਦੂ ਦੋਨੇ ਚੀਜ਼ਾਂ ਉਹਨਾਂ ਨੂੰ ਆਉਂਦੇ, ਉਹ ਵੀ ਪੜ੍ਹਦੇ। ਤੇ ਸਾਡੀ ਫੈਮਿਲੀ 'ਚ ਆ ਜੀ, ਚਾਹੇ ਕੀ ਆਉਂਦੇ ਆ ਕਿ ਕਿਸੇ ਲੇਖਕ ਦੀ ਕਹਾਣੀਆਂ ਪੜ੍ਹ ਲਓ ਜਾਂ ਕਵਿਤਾਵਾਂ ਪੜ੍ਹ ਲਓ। ਸੋਹਣ ਸਿੰਘ ਸੀਤਲ ਉਹਨਾਂ ਨੇ ਬਹੁਤ ਪੜ੍ਹਿਆ, ਸੀਤਲ ਵਾਰਾਂ, ਸੀਤਲ ਸਨੇਹੇ, ਸਾਰੇ ਸਾਡੇ ਮਦਰ ਪੜ੍ਹਦੇ ਹੁੰਦੇ ਸੀ। ਉਹ ਫਿਰ ਉਹ ਤੋਂ ਸਾਨੂੰ ਗਾ ਚੇਟਕ ਬਣੀ। ਇਹ ਬੜੀ ਪੁਰਾਣੀ ਕਹਾਵਤ ਆ, ਇਹ ਅੱਜ ਜਾਇਜ਼ ਆ ਜਾਂ ਨਹੀਂ ਜਾਇਜ਼ ਉਹ ਗੱਲ ਅਲੱਗ ਆ। ਲੇਕਿਨ ਅੱਜ ਦੀ ਡੇਟ 'ਚ ਵੀ ਜਿਹੜਾ ਡਿਫਰੈਂਸ ਆ, ਮੈਂ ਉਹੀ ਕਹਿ। ਲੇਕਿਨ ਇੱਥੇ ਆ ਕੇ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਲਾ ਭਣੋਈਆ ਆਪਸ 'ਚ ਬਿਜ਼ਨਸ ਕਰ ਲੈਂਦੇ ਆ, 2-3 ਸਾਲਾਂ ਬਾਅਦ ਉਹ ਬੋਲਦੇ ਨਹੀਂ ਆਪਸ 'ਚ, ਕਿਸੇ ਗੱਲੋਂ ਝਗੜਾ ਹੋ ਜਾਂਦਾ। ਨੋ ਡਾਊਟ ਇੰਡੀਆ 'ਚ ਵੀ ਹੁੰਦੇ ਹੋਣਗੇ, ਸਾਰੀਆਂ ਜਗ੍ਹਾ ਤੇ ਹੁੰਦੇ, ਦੁਨੀਆ ਦੇ ਹਰ ਜਗ੍ਹਾ ਤੇ ਹੁੰਦੇ ਆ। ਇਹ ਸਾਡੇ ਪੰਜਾਬੀਆਂ ਦੀ ਗੱਲ। ਲੇਕਿਨ ਜੇ ਅਸੀਂ ਇੱਕ ਵੀ ਚੀਜ਼ ਪਿੱਛੇ ਨਹੀਂ ਛੱਡ ਕੇ ਆਏ, ਸਾਰਾ ਕੁਝ ਇੱਥੇ ਲੈ ਆਏ ਆ। ਪਿਛਲੀ ਵਾਰੀ ਮੈਂ ਇਹੀ ਗੱਲ ਕੀਤੀ ਸੀ, ਫਿਰ ਫਾਇਦਾ ਕੀ ਆਪਾਂ ਨੂੰ ਕੈਨੇਡਾ ਆਉਣ ਦਾ। ਉਹ ਕਹਿੰਦੇ ਆ ਨਾ ਵੀ ਜੇ ਲਾਵਾਂ ਨਹੀਂ ਉਹ ਹੋਣੀਆਂ ਤੇ ਘੋੜੀ ਨਹੀਂ ਉਹ ਚੜ੍ਹਨਾ, ਫਾਇਦਾ ਕੀ ਉਹ ਸੱਜਣਾ ਉਹ ਸਿਹਰੇ ਲਾਉਣ ਦਾ। ਤੇ ਮੈਂ ਕਹਿੰਦਾ ਨਾ ਫਿਰ ਫਾਇਦਾ ਕੀ ਉਹ ਮਿੱਤਰਾ ਕੈਨੇਡਾ ਆਉਣ ਦਾ। ਫਿਰ ਫਾਇਦਾ ਕੀ ਹੈ ਕੈਨੇਡਾ ਆਉਣ ਦਾ ਆਪਾਂ ਨੂੰ, ਜੇ ਆਪਾਂ ਅੱਧ ਪਚੱਧ 'ਚ ਹੀ ਰਹਿਣਾ ਕੰਮ ਵੀ ਚਲੋ ਸਿਹਰੇ ਲਾ ਲਿਆ ਤੇ ਆਪਾਂ ਘੋੜੀ ਨਹੀਂ ਚੜ੍ਹਨਾ, ਐਵੇਂ ਅੱਡੀਆਂ ਕਿਸੇ ਸੀਟੀ ਜਾਣੇ ਆ। ਵੀ ਤੁਸੀਂ ਕੈਨੇਡਾ ਆ ਗਏ ਜਾਂ ਕੈਨੇਡੀਅਨ ਹੋ ਜਾਓ। ਗੱਲ ਆਪਾਂ ਸ਼ੁਰੂ ਕੀਤੀ ਸੀ ਜੀ, ਪੰਜਾਬੀਆਂ ਦੇ ਵਿੱਚ ਇਮੀਗ੍ਰੇਸ਼ਨ ਦੀ ਕਰੇਜ਼ ਕਿਉਂ ਆ। ਪੰਜਾਬੀ ਦੇਖੋ ਹੁਣ ਤਾਂ ਜ਼ਮੀਨਾਂ ਛੋਟੀਆਂ ਰਹਿ ਗਈਆਂ, ਬਿਲਕੁਲ ਪਰਿਵਾਰ ਜਿਹੜੇ ਹੁਣ ਤੁਹਾਡੇ ਦਾਦਾ ਜੀ ਸੀ, ਉਹਨਾਂ ਕੋਲ ਮੰਨ ਲਓ 10-15-20 ਕਿੱਲੇ ਜ਼ਮੀਨ ਹੈਗੀ ਆ। ਉਹ ਅੱਗੋਂ ਉਹਨਾਂ ਦੇ 4 ਬੱਚੇ, ਅੱਗੋਂ ਉਹਨਾਂ ਦੇ 3-3 4-4 ਬੱਚੇ, ਉਹ ਜ਼ਮੀਨਾਂ ਤਾਂ ਹੁਣ ਵੰਡੀਆਂ ਗਈਆਂ। ਠੀਕ ਹੈ ਜੀ। ਔਰ ਉਸ ਤੋਂ ਬਾਅਦ ਜਿਹੜੇ ਕੋਈ ਹੈਗੀਆਂ ਵੀ ਆ ਪੂਰੀਆਂ ਦੀਆਂ ਪੂਰੀਆਂ ਬੈਂਕਾਂ ਕੋਲ ਗਹਿਣੇ ਆ। ਠੀਕ ਹੈ ਜੀ। ਉਹ ਲੋਕ ਅੱਜ ਉਹਨਾਂ ਦੀ ਹਾਲਤ ਬੜੀ ਖਰਾਬ ਹੋ ਚੁੱਕੀ ਆ। ਹਾਂਜੀ ਭਾਜੀ, ਮੈਂ ਵੈਸੇ ਚਾਹੁੰਦਾ ਕਿ ਇਹ ਚੈਪਟਰ ਆਪਾਂ ਕਿਤੇ ਫੇਰ ਡਿਸਕਸ ਕਰੀਏ, ਅੱਜ ਉਧਰ ਹੀ ਰਹੀ, ਕਿਉਂਕਿ ਉਹ ਗਹਿਣੇ ਕਿਉਂ ਪਈਆਂ ਉਹਦੇ 'ਚ ਸਾਡੇ ਉਹ ਕਰਾਂਗੇ ਗੱਲ ਆਪਾਂ। ਪਰ ਮੇਰਾ ਕਹਿਣ ਦਾ ਮਤਲਬ ਇਹ ਸੀਗਾ ਕਿ ਉਹ ਜਿਹੜੀਆਂ ਜ਼ਮੀਨਾਂ ਗਹਿਣੇ ਪੈ ਗਈਆਂ ਉਹਨਾਂ ਦੀਆਂ ਕੋਲ ਹੈ ਨਹੀਂ ਕੁਛ ਵੀ, ਤੇ ਉਹ ਸੁਭਾਵਕ ਹੈ, ਕੁਦਰਤੀ ਹੈ ਕਿ ਉਹ ਸੋਚਦੇ ਆ ਵੀ ਜੇ ਕੋਈ ਧੀ ਪੁੱਤ ਬਾਹਰ ਚਲ ਜਾਵੇ ਤੇ ਸਾਡੇ ਘਰ ਦੇ ਧੋਣੇ ਧੋਤੇ ਜਾ ਸਕਦੇ ਆ। ਜਿਹੜਾ ਕਰਜ਼ਾ ਲੱਖ ਲਿਬੜਿਆ ਪਿਆ ਸਾਡਾ ਕਰਜ਼ੇ ਦੇ ਵਿੱਚ, ਅਸੀਂ ਕੋਈ ਉਤੋਂ ਛੁਟਕਾਰਾ ਪਾ ਲਾਂਗੇ। ਇਮੀਗ੍ਰੇਸ਼ਨ ਦੀ ਕਰੇਜ਼ ਇਹੀ ਹੈ ਜਾਂ ਹੋਰ ਵੀ ਕਾਰਨ ਹੈ? ਨਹੀਂ, ਇਮੀਗ੍ਰੇਸ਼ਨ ਦੀ ਕਰੇਜ਼ ਇਹ ਹੁੰਦੀ ਤੇ ਕੋਈ ਦਿੱਕਤ ਨਹੀਂ ਸੀ। ਮੈਂ ਇਮੀਗ੍ਰੇਸ਼ਨ ਤੇ ਘੱਟੋ ਘੱਟ 20 ਐਕਸਪਰਟਾਂ ਦੇ ਪ੍ਰੋਗਰਾਮ ਦੇਖੇ ਜਿਹੜੇ ਪੁਰਾਣੇ ਬੰਦੇ ਨੇ। ਉਹ ਕਹਿੰਦੇ ਪਹਿਲਾਂ ਇਮੀਗ੍ਰੇਸ਼ਨ 1990 ਤੋਂ ਪਹਿਲਾਂ ਦੀ ਸੀ ਕਿ ਬਾਹਰ ਜਾਣਾ, ਪੈਸੇ ਕਮਾਉਣੇ ਤੇ ਪੈਸੇ ਵਾਪਸ ਭੇਜਣੇ, ਮੁੜੇ ਚ ਨਾ ਮੁੜੇ। ਮੇਰੇ ਮਾਮੇ ਆਸਟ੍ਰੇਲੀਆ 1900 ਪਿੱਛੇ ਪੈਸੇ ਭੇਜਣੇ। ਹਾਂਜੀ, ਮੇਰੇ ਮਾਮਾ ਜੀ, ਮਤਲਬ ਰੀਅਲ ਮਾਮਾ ਨਹੀਂ, ਮਾਮੇ ਦੇ ਸਾਲੇ 1971 ਦੇ ਆਸਟ੍ਰੇਲੀਆ ਗਏ। ਮੇਰੇ ਖੁਦ ਤਾਇਆ ਜੀ ਦੇ ਬੇਟੇ ਜਿਹੜੇ 1965 ਕੇ 66 ਦੇ ਡਾਕਟਰ ਨੇ, USA ਆਏ ਨੇ। ਉਹਨਾਂ ਨੇ 10-12 ਕਿੱਲੇ ਜ਼ਮੀਨ ਤਕਰੀਬਨ 15 ਸਾਲ ਬਾਅਦ ਇੰਡੀਆ ਹੀ ਖਰੀਦੀ, ਫਿਰ ਹੋਰ ਖਰੀਦੀ, ਫਿਰ ਹੋਰ। ਮਤਲਬ ਉਹ ਟ੍ਰੈਂਡ ਖਤਮ ਹੋ ਗਿਆ। ਹੁਣ ਹੁਣ ਉਹ ਉਹਨਾਂ ਨੂੰ ਇਹ ਹੈ ਕਿ ਸਾਡਾ ਉੱਥੇ ਸਭ ਕੁਝ ਜਾਂਦੇ ਨੇ, ਆਉਂਦੇ ਨੇ, ਕਰਦੇ ਨੇ। ਲੇਕਿਨ ਹੁਣ ਇਮੀਗ੍ਰੇਸ਼ਨ ਦਾ 1990 ਤੋਂ ਬਾਅਦ 2000 'ਚ ਕੁਝ ਹੋਰ ਚੀਜ਼ ਬਣੀ ਸੀ ਕਿ ਚਲੋ ਕੁਝ ਇੱਧਰ ਰੱਖ ਲਓ, ਕੁਝ ਉੱਧਰ ਕਰ ਲਓ। ਉਹ ਵੀ ਠੀਕ ਸੀ। ਹੁਣ ਤਾਂ ਸਮੇਟ ਕੇ ਆਉਣ ਵਾਲੀ ਗੱਲ ਆ। ਹਾਂਜੀ, ਮੇਰਾ ਮੁੰਡਾ ਵੀ ਪਲੇ ਤੇ ਮੇਰੀ ਧੀ ਵੀ ਵਸਦੀ ਰਵੇ, ਮੇਰੀ ਧੀ ਵੀ ਪਲੇ ਤੇ ਨੂੰਹ ਵੀ ਪਲੇ। ਉਦੋਂ ਉਹ ਸਿਸਟਮ ਸੀ। ਆਪਾਂ ਹੁਣ ਸਿਸਟਮ ਉਹ ਕਰ ਲਿਆ 2000 ਤੋਂ ਬਾਅਦ 2010 ਤੱਕ ਵੀ ਇੱਧਰ ਆਉਣਾ ਤੇ ਜਾਣਾ ਨਹੀਂ, ਵਾਪਸ ਨਹੀਂ ਜਾਣਾ। ਇਹਦੇ ਪਿੱਛੇ ਕੀ ਕਾਰਨ ਲੱਗਦਾ ਤੁਹਾਨੂੰ? ਨਹੀਂ, ਹੁਣ ਪੂਰਾ 20 ਤੱਕ ਮੈਨੂੰ ਆ ਲੈਣ ਦਿਓ ਨਾ। 2010 ਤੱਕ ਆਪਾਂ ਇੱਧਰ ਆਉਣਾ ਤੇ ਜਾਣਾ ਨਹੀਂ। 2010 ਤੋਂ ਬਾਅਦ ਜਦੋਂ ਸਾਡੇ ਬੱਚੇ ਆਉਣੇ ਸ਼ੁਰੂ ਹੋਏ, ਸਟੂਡੈਂਟ ਆਉਣੇ ਸ਼ੁਰੂ ਹੋਏ, ਉਦੋਂ ਮੁਸ਼ਕਿਲਾਂ ਸਭ ਤੋਂ ਜ਼ਿਆਦਾ ਇਹ ਹੋਣੀਆਂ ਸ਼ੁਰੂ ਹੋ ਗਿਆ ਕਿ ਉਹ ਬੰਦਿਆਂ ਨੇ ਵੀ ਕਰਜ਼ੇ ਚੁੱਕ ਕੇ ਉਹਨਾਂ ਨੂੰ ਇੱਧਰ ਭੇਜਿਆ ਕਿ ਜਿਹੜੇ ਅਫੋਰਡ ਨਹੀਂ ਸੀ ਕਰ ਸਕਦੇ। ਬਿਲਕੁਲ, ਉਹ ਉੱਧਰ ਪਿਸਣ ਲੱਗ ਗਏ। ਇੱਧਰ ਮਹਿੰਗਾਈ 1990 ਤੋਂ ਲੈ ਕੇ ਤੇ 2010 ਤੱਕ ਤੇ ਜਿਹੜੀ ਹੈ ਹੀ ਐਸੀ 2010 ਤੋਂ 2020 ਤੱਕ ਤੁਸੀਂ ਵੀ ਇੱਥੇ ਜੇ ਮੈਂ ਵੀ ਇੱਥੇ ਉਦੋਂ ਦੇ ਹੀ ਕਿੰਨੀ ਹੋ ਗਈ। ਬੱਚੇ ਪੈਸਾ ਵਾਪਸ ਨਹੀਂ ਭੇਜ ਸਕਦੇ, ਉਹ ਇੱਧਰ ਪਿਸ ਰਹੇ ਨੇ ਵਿਚਾਰਿਆਂ ਨੂੰ। ਵੈਸੇ 20 ਘੰਟੇ ਕੰਮ ਲਾਉੜਿਆ, ਚੋਰੀ ਛਿਪੇ 40 ਘੰਟੇ, ਉਹਨਾਂ ਦਾ ਗੁਜ਼ਾਰਾ ਹੀ ਔਖਾ ਹੋਇਆ ਪਿਆ। ਉੱਧਰਲੇ ਕਰਜ਼ੇ ਜਿਹੜੇ ਆ ਉਹ ਕਮੂਲੇਟ ਹੋ ਰਹੇ ਨੇ। ਮਤਲਬ ਕਿ ਆਪਾਂ 2 ਧਿਰਾਂ ਮਾਰ ਰਹੇ ਹਾਂ ਇਸ ਟਾਈਮ ਦੀ ਇਮੀਗ੍ਰੇਸ਼ਨ ਦੀ ਤਰਾਸਦੀ ਇਹ ਆ ਕਿ 2 ਧਿਰਾਂ ਮਰ ਰਹੀਆਂ ਨੇ। ਉੱਧਰ ਵਾਲੀ ਵੀ ਮਰ ਰਹੀ ਆ, ਇੱਧਰ ਵਾਲੀ ਵੀ ਮਰ ਰਹੀ ਆ। ਕਿਉਂਕਿ ਇਹ ਤਾਂ ਰੀਜ਼ਨ ਵੱਖਰੇ ਹੋ ਸਕਦੇ। ਹਾਂਜੀ, ਠੀਕ ਹੈ ਜੀ। ਪਰ ਇੱਕ ਕਰੇਜ਼, ਇੱਕ ਖਿੱਚ ਜਿਹੜੀ ਆ, ਇੱਕ ਤਲਬ ਜਿਹੜੀ ਮਨ ਦੇ ਵਿੱਚ ਕਿ ਜਾਣਾ ਜ਼ਰੂਰ ਆ, ਵੇਖ ਕੇ ਆਉਣਾ, ਭਾਵੇਂ ਨਹੀਂ ਸੂਤ ਆਊ ਗੱਲ, ਨਹੀਂ ਦਿਲ ਲੱਗੂ ਨਾ, ਅਸੀਂ ਕੋਈ ਗੱਲ ਨਹੀਂ ਆ ਜਾਾਂਗੇ।
ਅੱਗੇ ਪਹਿਲਾਂ ਕੁਝ ਸਮਾਂ ਹੁੰਦਾ ਸੀਗਾ ਜੀ ਬਾਲ ਸਾਹਿਬ, ਜੇ ਕੋਈ ਧੀ ਪੁੱਤਰ ਬਾਹਰ ਆਇਆ ਨਾ ਜੀ, ਉਹਨੂੰ ਚਾਅ ਹੁੰਦਾ ਸੀਗਾ ਕਿ ਮੈਂ ਬਾਪੂ ਨੂੰ ਵੀ ਕੈਨੇਡਾ ਦਿਖਾਉਣਾ। ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ। ਹੁਣ ਬਾਪੂ ਉੱਥੇ ਜਿਹੜਾ ਬੈਠਾ ਉਹ ਆ ਵੀ ਕਹੀ ਜਾਂਦਾ ਉਹ ਇੱਥੇ ਬੜੇ ਔਖੇ ਭਾਈ, ਇੱਥੇ ਸੱਦ ਸੁੱਧ ਲਓ ਸਾਨੂੰ। ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ। ਕਾਰਨ ਪਤਾ ਕੀ ਜੀ, ਆਪਾਂ ਚਾਹੇ 1967 ਤੋਂ ਜਿਹੜੇ ਲੋਕ ਆਉਣੇ ਸ਼ੁਰੂ ਹੋਏ ਸੀ, ਉਹਨਾਂ ਸ਼ੋਸ਼ੇਬਾਜ਼ੀ ਸ਼ੋਅ ਬੜੀ ਕੀਤੀ। ਮੈਂ ਅੱਗੇ ਪਿਛਲੀ ਵਾਰੀ ਵੀ ਇੱਕ ਤੁਹਾਨੂੰ ਕਵਿਤਾ ਸੁਣਾਈ ਸੀ ਵੀ ਇਹ ਜਿਹੜਾ ਪੈਲਸਾਂ ਦਾ ਰਿਵਾਜ ਸੀਗਾ, ਇਹ ਸਾਡਾ NRIਆਂ ਦਾ ਹੀ ਬੇੜਾ ਕਰਕੇ ਆ। ਠੀਕ ਹੈ। ਮਹਿੰਗੀਆਂ ਸ਼ਰਾਬਾਂ ਦਾ ਰਿਵਾਜ ਸਾਡਾ ਹੀ NRI, ਨਹੀਂ ਤੇ ਆਰਾਮ ਨਾਲ ਘਰ ਟੈਂਟ ਲੱਗਦੇ ਸੀ, ਵਧੀਆ ਵਿਆਹ ਹੁੰਦੇ ਸੀ। ਕਿਉਂਕਿ ਗੱਲ ਬੜੀ ਲੰਮੀ ਹੋ ਜਾਣੀ ਆ, ਆਪਾਂ ਵੱਖ-ਵੱਖ ਇਹਨਾਂ ਨੂੰ ਡਿਸਕਸ ਕਰਾਂਗੇ। ਇਹ ਗੱਲ ਬੜੀ ਵਧੀਆ ਜੀ, ਜੇ ਅਸੀਂ ਇਹ ਸਾਡੇ ਨਾਲ ਇਹ ਹੋਣੀ ਆ, ਸਾਡੀ ਹੁਣ ਇਹ ਹੋਣੀ ਆ, ਇਹ ਹੋ ਰਹੀ ਆ। ਉਦੋਂ ਕਿੱਡੇ ਸੌਖੇ ਸੀਗੇ, ਭਾਂਡੇ ਇਕੱਠੇ ਹੋ ਜਾਣੇ, ਮੇਲ ਵਾਲੇ ਦਿਨ ਸਾਰਾ ਕੁਝ ਕੰਮ ਨਿਬੜ ਜਾਣਾ। ਲੋਕਾਂ ਨੇ ਆਪਣੇ ਵਰਤਾਵੇ, ਆਪਣਾ ਹੀ ਸਭ ਕੁਝ, ਸਿਰਫ ਇੱਕ ਹਲਵਾਈ ਲੱਗਦਾ ਸੀ। ਬਿਲਕੁਲ। ਹੁਣ ਜੀ ਹਲਵਾਈ ਵੀ ਬਾਹਰੋਂ, ਨਾਈ ਵੀ ਬਾਹਰੋਂ, ਕਸਾਈ ਵੀ ਬਾਹਰੋਂ, ਉਹ ਕੀ ਆਂਦੇ ਆ ਤੰਦੂਰੀ, ਭੈਣ ਨੇ ਕੁੜੀ ਨੇ ਜਿਹਨੇ ਮਤਲਬ ਕਿ ਤਿਆਰ ਹੋਣਾ ਉਹਨੇ ਵੀ ਬਾਹਰੋਂ, ਸਭ ਕੁਝ। ਆਪਾਂ ਤੇ ਇੱਕ ਉਹ ਕੀ ਕਹਿੰਦੇ ਵੀ ਸ਼ੋਅ ਪੀਸ ਬਣਾਤਾ ਹਰ ਚੀਜ਼। ਇੱਕ ਹੋਰ ਨਹੀਂ ਗੱਲ ਤੁਸੀਂ ਨੋਟ ਕੀਤੀ ਹੋਊਗੀ, ਜਦੋਂ ਅਸੀਂ NRI ਉੱਥੇ ਵਾਪਸ ਜਾਂਦੇ ਹਾਂ ਇੰਡੀਆ, ਦਿਨ ਸੁੱਤੇ ਜਾਂਦੇ ਹਾਂ, ਕੋਈ ਨਾ ਕੋਈ 2-4 ਸਾਲੀ ਵਿਆਹ ਸ਼ਾਦੀ ਕੋਈ ਨਾ ਕੋਈ ਰਿਸ਼ਤੇਦਾਰੀ 'ਚ ਹੁੰਦਾ ਹੀ ਆ। ਫਿਰ ਅਸੀਂ ਜਾ ਕੇ ਉੱਥੇ 10 ਦੇ ਨੋਟਾਂ ਦੀਆਂ ਥਈ ਜਿਹੜੀਆਂ ਨਾ ਉਹ ਲੈ ਲੈਂਦੇ ਆ। ਉਹ 200 ਰੁਪਏ ਬਲੈਕ 'ਚ ਮਿਲ ਜਾਂਦੀ, 1200 ਦੀ ਹੋ ਗਈ, ਸਾਡੇ ਲੱਗੇ $20 ਸਾਰੇ। $20 ਨੂੰ ਇੱਥੇ $20 ਖਰਚਣ ਲੱਗਿਆ ਸਾਨੂੰ ਤਕਲੀਫ ਹੁੰਦੀ ਹੈ, ਪਰ ਉੱਥੇ $20 ਦਾ ਜਿਹੜਾ ਬੁੱਕ ਭਰ ਜਾਂਦਾ। ਠੀਕ ਹੈ। ਅਸੀਂ ਫਿਰ ਇੱਦਾਂ ਉਡਾਉਂਦੇ ਆ ਜਦੋਂ ਸਟੇਜਾਂ ਦੇ ਉੱਤੇ ਨੱਚਣ ਵਾਲੀਆਂ ਕੁੜੀਆਂ ਦੇ ਉੱਪਰ ਦੀ। ਹਾਂਜੀ। ਤੇ ਉਹ ਦੂਜੇ ਜਿਹੜੇ ਸਾਹਮਣੇ ਬੈਠੇ ਉਹ ਦੇਖਦੇ ਆ ਵੀ ਇਹ ਬੰਦਾ ਚੰਗਾ ਤਗੜਾ, ਜਿਹਦਾ ਜੁਗਾੜ ਉੱਥੇ ਹੋਣਾ, ਤਾਈਓ ਪੈਸੇ ਉਡਾਈ ਜਾਂਦਾ। ਇਸੇ ਚੀਜ਼ ਨੇ ਸਾਨੂੰ ਮਾਰਿਆ ਜੀ। ਇੱਥੇ ਤੇ ਅਸੀਂ ਕੇਲੇ ਵੇਖਦੇ ਆ ਵੀ ਅੱਜ 77 ਸੈਂਟ ਦੇ ਬਜਾਏ 66 ਸੈਂਟ ਦੇ ਲੱਗੇ ਤੇ ਕੇਲੇ ਇੰਨੇ ਚੁੱਕ ਲੈਂਦੇ ਆ। ਇੱਥੇ ਤੇ ਅਸੀਂ ਆਲੂ ਵੇਲੇ ਵੀ ਅੱਜ 7 ਤੋਂ 5.98 ਦੇ ਲੱਗੇ ਤੇ ਅਸੀਂ ਇੰਨੇ ਆਲੂ ਦੀ ਤੋੜਾ ਚੁੱਕ ਲੈਂਦੇ ਆ। ਸਾਨੂੰ ਸ਼ਰਮ ਹਯਾ, ਮੈਂ ਤੁਹਾਨੂੰ ਉਹੀ ਗੱਲ ਦੱਸਿਆ ਵੀ ਅਸੀਂ ਬਿਲਕੁਲ ਲਾਤੀ ਆ। ਅਸਲ ਗੱਲ ਕੀ ਹੈ ਕਿ ਹੁਣ ਤੁਸੀਂ ਇਹ ਸਮਝ ਲਓ ਵੀ ਕੁੱਤੇ ਵਾਲਾ ਮੇਰਾ ਹਿਸਾਬ ਨਾਲ ਭੌਂਕਣਾ ਜ਼ਰੂਰ ਆ, ਪਰ ਇਹ ਹਿਸਾਬ ਨਹੀਂ। ਪਰ ਦੇਖੋ ਤੁਸੀਂ ਬੇਸ਼ੱਕ ਜਿੱਦਾਂ ਮਰਜ਼ੀ ਕਹੀ ਚੱਲੋ, ਅਸੀਂ ਬਾਲ ਸਾਹਿਬ ਇਹ ਜਿਹੜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ, ਉਹਦੇ ਵਿੱਚ ਅਸੀਂ ਆਪਦੇ ਹੱਡ ਹਡਾਈ ਜਿਹੜੀ ਗੱਲ ਹੈ ਅਸੀਂ ਉਹ ਸ਼ੇਅਰ ਕਰ ਰਹੇ ਹਾਂ ਆਪਦੇ ਸਰੋਤਿਆਂ ਨਾਲ, ਆਪਦੇ ਦਰਸ਼ਕਾਂ ਨਾਲ ਸ਼ੇਅਰ ਕਰ ਰਹੇ ਹਾਂ। ਨਾਲ ਦੀ ਨਾਲ ਸਾਡਾ ਮਕਸਦ ਇਹ ਨਹੀਂ ਹੈ ਕਿ ਜਿਹੜੇ ਉੱਥੇ ਬੈਕ ਹੋਮ ਤੇ ਰਹਿ ਗਏ ਆ, ਸਾਡੇ ਰਿਸ਼ਤੇਦਾਰ ਪੁੱਤ ਭਤੀਜੇ ਰਹਿ ਗਏ ਆ, ਅਸੀਂ ਉਹਨਾਂ ਦੇ ਹੌਸਲੇ ਤੋੜ ਰਹੇ, ਤੋੜ ਨਹੀਂ ਰਹੇ, ਉਹਨਾਂ ਨੂੰ ਸੱਚਾਈ ਦਿਖਾ ਰਹੇ। ਬਿਲਕੁਲ ਸੋਚ ਕੇ ਆਓ। ਹਾਂਜੀ। ਵੇਖੋ ਜੀ, ਅਸੀਂ ਜ਼ਿੰਦਗੀ 'ਚ ਕਿੱਡੇ ਘਟੀਆ ਲੋਕ ਆ। ਆਪਾਂ ਸਬਜ਼ੀ ਲੈਣੀ ਹੁੰਦੀ ਤਾਂ ਬਤੌਣ ਨੂੰ ਚਾਰੇ ਪਾਸੋਂ ਘੁਮਾ ਕੇ ਵੇਖਦੇ ਜਿੱਥੇ 2 ਰੁਪਏ ਵੀ ਨਹੀਂ ਖਰਚਣੇ ਹੁੰਦੇ। ਤੇ ਬਾਹਰ ਆਉਣ ਲੱਗੇ ਆਪਾਂ ਕਹਿੰਦੇ ਏਜੰਟ ਨੂੰ ਇਹ ਪੁੱਛਦੇ ਭਾਜੀ ਲਓਗੇ ਕਿੰਨੇ? ਉਹ ਕਹਿੰਦਾ ਮੈਂ 30 ਲੱਖ ਲਵਾਂਗਾ। 35 ਲੈ, ਪਹਿਲੀ ਕੋਈ ਨਹੀਂ, ਹਾਂ 35 ਲੈ, ਪਰ ਮੁੰਡਾ ਪਹੁੰਚਣਾ ਚਾਹੀਦਾ, ਗਰੰਟੀ। ਭਾਈ ਸਾਹਿਬ ਇਹ ਤੁਸੀਂ ਸੋਚੋ, ਉਹਨੂੰ ਜੰਮਿਆ, ਉਹਨੂੰ ਪਾਲਿਆ, ਉਹਨੂੰ ਵੱਡਾ ਕੀਤਾ। ਨਹੀਂ ਕਹਿਣਾ ਇੱਥੇ ਤੰਗ ਬਹੁਤ ਕਰਦਾ, ਇੱਥੇ ਸਾਡੇ ਨਹੀਂ ਕੰਟਰੋਲ ਕਰਦਾ, ਜੇ ਬਾਹਰ ਹੀ ਭੇਜਣਾ। ਨਹੀਂ ਉੱਥੇ ਤੰਗ ਕਰਦਾ, ਜਦੋਂ ਇੱਥੇ ਆ ਕੇ ਤੇ ਇੱਥੇ ਆ ਕੇ ਉਹਨੇ ਕਿਹੜਾ ਤੁਹਾਨੂੰ ਛੇਤੀ ਨਾਲ ਬਿਠਾ ਦੇਣਾ। ਇੱਥੇ ਕੋਈ ਪਤਾ ਨਹੀਂ, ਕਿਉਂਕਿ ਹੁਣੇ ਅੱਜ ਜਿਸ ਤਰ੍ਹਾਂ ਸਰੀ ਵਾਲੇ ਕੇਸ ਹੋਏ, ਕਿੰਨੀਆਂ ਮੌਤਾਂ ਹਰ ਰੋਜ਼ ਬੜੀਆਂ ਖਬਰਾਂ ਆਉਂਦੀਆਂ, ਨਸ਼ਿਆਂ ਦਾ ਕਿੰਨਾ ਜ਼ਿਆਦਾ ਪ੍ਰਕੋਪ ਹੋਇਆ। ਮੈਂ ਉਧਰੋਂ ਪੱਤਰਕਾਰ ਆਪਣਾ ਇੱਕ ਸੀਗਾ ਇੱਥੋਂ ਸਰੀ ਤੋਂ, ਉਹ ਦੱਸ ਰਿਹਾ ਸੀ, ਉਹਦੀ ਪੋਸਟ ਵੀ ਪਾਈ ਸੀ ਵੀ ਇੰਨਾ ਜ਼ਿਆਦਾ ਆਉਣ ਵਾਲਾ ਭਵਿੱਖ 10-15 ਸਾਲਾਂ 'ਚ ਕੈਨੇਡਾ ਦਾ ਕੋਈ ਏਡਾ ਵਧੀਆ ਨਹੀਂ। ਜਦੋਂ ਅਸੀਂ ਆਏ ਸੀ ਜੀ ਨਵੇਂ ਕੈਨੇਡਾ ਦੇ ਵਿੱਚ, ਤੇ ਜਦੋਂ ਸਰੀ ਦੀਆਂ ਖਬਰਾਂ ਉਦੋਂ ਵੀ ਆਉਂਦੀਆਂ ਸੀਗੀਆਂ। ਉਦੋਂ ਜਦੋਂ ਕੋਈ ਗੋਲੀ ਚੱਲਦੀ ਸੀ, ਬੰਦੇ ਮਰਦੇ ਉਦੋਂ ਵੀ ਸੀਗੇ, ਇੱਕ ਤਾਂ ਰੋਜ਼ ਹੀ ਮਰਦਾ ਸੀ। ਤੇ ਟੀਵੀ ਤੇ ਮੇਨ ਸਟਰੀਮ ਦੇ ਟੀਵੀ ਜਿਹੜੇ ਸੀਗੇ ਮੀਡੀਆ ਸੀ, ਉਹ ਖਬਰ ਦਿੰਦਾ ਹੁੰਦਾ ਸੀਗਾ ਕਿ ਇਦਾਂ ਕਰਕੇ ਗੋਲੀ ਚੱਲੀ ਆ ਤੇ ਇੱਕ ਬੰਦੇ ਦੀ ਮੌਤ ਹੋ ਗਈ। ਉਹ ਬੰਦਾ ਕਹਿੰਦੇ ਸੀਗੇ। ਉਦੋਂ ਬਾਅਦ ਉਹਨਾਂ ਨੇ ਏਸ਼ੀਅਨ ਕਹਿਣਾ ਸ਼ੁਰੂ ਕਰਤਾ, ਫਿਰ ਇੰਡੀਅਨ ਕਹਿਣਾ ਸ਼ੁਰੂ ਕਰਤਾ। ਹੁਣ ਤਾਂ ਸਿੱਧਾ ਹੀ ਕਹਿੰਦੇ ਜੀ ਪੰਜਾਬੀ। ਫੋਟੋ ਦਿੰਦੇ ਆ ਜੀ। ਉਦੋਂ ਜਿਹੜੀਆਂ 4-5 ਫੋਟੋ ਮੈਂ ਪਾਈਆਂ ਸੀਗੀਆਂ ਪੋਸਟ, ਉਹਦੇ ਵਿੱਚ 2 ਬੰਦੇ ਬਿਲਕੁਲ ਮੁੰਡੇ ਬਿਲਕੁਲ ਜੂੜੇ ਵਾਲੇ ਆ, ਸਿਰ ਤੇ ਦਸਤਾਰਾਂ, ਉਮਰਾਂ ਵੀ ਛੋਟੀਆਂ, 2-3 ਮੁੰਨੇ ਸੀਗੇ। ਚਲੋ ਗਰੁੱਪ ਸੀ, ਆਪਾਂ ਕਾਹਨੂੰ ਕਿਸੇ ਦਾ ਨਾਂ ਲੈਣਾ, ਬੱਚੇ ਨੇ, ਸਾਰਿਆਂ ਦੇ ਬੱਚੇ ਕੋਈ। ਮੈਂ ਉਹ ਗੱਲ ਨਹੀਂ ਕਰ ਰਿਹਾ, ਮੈਂ ਡੀਮੋਰਲਾਈਜ਼ ਨਹੀਂ ਕਰ ਰਿਹਾ, ਮੈਂ ਇਹ ਕਹਿ ਰਿਹਾ ਵੀ ਆਪਾਂ ਜੇ ਜ਼ਿੰਦਗੀ 'ਚ ਹਰ ਕੰਮ ਸੋਚ ਕੇ ਕਰਦੇ ਹਾਂ। ਮੁੰਡੇ ਦਾ ਰਿਸ਼ਤਾ ਕਰਨਾ ਹੁੰਦਾ, ਆਪਾਂ 50 ਚੀਜ਼ਾਂ ਪੁੱਛਦੇ ਆ ਜੀ, ਕੁੜੀ ਕੀ ਕਰਦੀ ਹੈ, ਮੁੰਡਾ ਦਾ ਮਾਪੇ। ਘੱਟੋ ਘੱਟ ਬਾਹਰ ਆਉਣ ਲੱਗੇ ਕਿਸੇ ਨੂੰ ਪੁੱਛ ਲਓ, ਹਾਂ ਇਹ ਸਾਡਾ ਵੀ ਕਸੂਰ ਆ, ਅਸੀਂ ਆਪਣੇ ਆਪ ਨੂੰ ਗਲਤ ਦੱਸਾਂਗੇ ਕਿ ਅਸੀਂ ਗਲਤ ਰਿਪਰੈਜ਼ੈਂਟ ਕੀਤਾ ਬਾਹਰਲੇ ਮੁਲਕ। ਸਭ ਤੋਂ ਵੱਡੇ ਦੋਸ਼ੀ ਅਸੀਂ ਆ ਜਿਹੜੇ NRI, ਜਿਹਨਾਂ ਨੇ ਗਲਤ ਰਿਪਰੈਜ਼ੈਂਟ ਕੀਤਾ। ਅਸੀਂ ਬਾਹਰ ਸਵਰਗ ਦਿਖਾਤਾ, ਬਾਹਰ ਸਭ ਕੁਝ। ਉਹ ਸਵਰਗ ਮਿਲਦਾ ਕਿੱਥੇ ਆ ਤੁਹਾਨੂੰ, ਮੈਨੂੰ ਦੱਸੋ ਤਾਂ ਸਹੀ। ਅਸੀਂ ਪੰਜਾਬੀਆਂ ਦੀ ਇਮੀਗ੍ਰੇਸ਼ਨ ਕਰੇਜ਼ ਬਾਰੇ ਗੱਲ ਕਰ ਰਹੇ ਹਾਂ। ਪੰਜਾਬੀਆਂ ਬਾਰੇ ਇਦਾਂ ਦੀ ਤੁਸੀਂ ਕਵਿਤਾ ਨਹੀਂ ਘੜੀ ਕੋਈ? ਨਹੀਂ, ਉਹ ਵੀ ਮੈਂ ਘੜੀ ਤੁਹਾਨੂੰ ਸੁਣਾਉਣ ਲੱਗਾ
ਵੀ ਉਹੀ ਗੱਲ ਆ, ਇਹਦੇ ਚ ਵੀ ਕਵਿਤਾ ਚ ਵੀ ਉਹੀ ਦੋਵੇਂ ਗੱਲਾਂ ਦਾ ਹਾਂਜੀ ਹਾਂਜੀ। ਉਹ ਗੱਲ ਤਾਂ ਇਹ ਹੁੰਦੀ ਹੈ ਕਿ ਕਈ ਵਾਰੀ ਸਿੱਧੀ ਗੱਲ ਅਸੀਂ ਕਰਦੇ ਆ, ਉਹ ਕਿਸੇ ਨੂੰ ਚੁੱਭਦੀ ਹੈ। ਜਦੋਂ ਅਸੀਂ ਮਖੌਲੀਆ ਲਹਿਜੇ ਚ ਕਰ ਦਿੰਦੇ ਆ, ਕਾਵਕ ਅੰਦਾਜ਼ ਵਿੱਚ ਕਰ ਦਿੰਦੇ, ਤਾਂ ਉਹਨੂੰ ਲੱਗਦਾ ਯਾਰ ਗੱਲ ਤਾਂ ਠੀਕ ਹੈ। ਬਿਲਕੁਲ ਬਿਲਕੁਲ ਜੀ। ਇਸੇ ਕਰਕੇ ਮੈਂ ਚਾਹੂੰਗਾ ਕਵਿਤਾ ਮਖੌਲੀਆ ਲਹਿਜਾ ਨਹੀਂ, ਲਹਿਜਾ ਤਾਂ ਸੀਰੀਅਸ ਹੈ ਜੀ। ਸੋਚਿਓ ਖਾਂ ਕਿੱਥੇ ਹੋ ਗਈ ਭੋਲਿਓ ਪੰਜਾਬੀਓ। ਅੱਛਾ ਜੀ। ਸੋਚਿਓ ਵੀ ਕਿੱਥੇ ਹੋ ਗਈ ਭੋਲਿਓ ਪੰਜਾਬੀਓ, ਕਿਉਂ ਗਏ ਆ ਵਿਦੇਸ਼ਾਂ ਵਿੱਚ ਰੋਲਿਓ ਪੰਜਾਬੀਓ। ਮੈਂ ਨਹੀਂ ਕਿਹਾ ਵੀ ਤੁਸੀਂ ਇੱਥੇ ਆ ਕੇ ਬਹੁਤ ਐਸ਼ਾ ਕਰਦੇ। ਇਹ ਵਾਕਈ ਮਜ਼ਾਕੀਆ ਲਹਿਜਾ ਨਹੀਂ ਹੈ, ਸੋਚਣ ਵਾਲੀ ਗੱਲ ਹੈ। ਕਿਉਂਕਿ ਇੱਥੇ ਵੀ ਸਿਰਫ 7% ਲੋਕੀ ਜਿਹੜੇ ਖੁਸ਼ ਨੇ, ਅਮੀਰ ਨੇ, ਜਿਨ੍ਹਾਂ ਨੂੰ ਅਸੀਂ ਬਹੁਤ ਅਮੀਰ ਕਹਿ ਦਿੰਦੇ, ਖੁਸ਼ ਤੇ ਵਾਲੀ ਗੱਲ ਵੱਖਰੀ। ਕਿੰਨੇ ਪਰਸੈਂਟ ਜੀ? 7%। 7%? ਹਾਂਜੀ, ਸਿਰਫ 7। 93% ਉਹ ਨੇ ਜਿਨ੍ਹਾਂ ਨੂੰ ਉਸੇ ਗੇੜ 'ਚ ਹੀ ਪਏ, ਵੱਡਾ ਘਰ, ਵੱਡੀਆਂ ਕਾਰਾਂ, ਵੱਡਾ ਘਰ, ਵੱਡੀਆਂ ਕਾਰਾਂ। 84 ਦੇ ਚੱਕਰ ਜਿਹਨੂੰ ਕਹਿੰਦੇ ਆਪਾਂ, 84 ਦੇ ਚੱਕਰ 'ਚ 93%। ਨਹੀਂ ਤੇ ਨਹੀਂ, ਡਾਟਾ ਗਲਤ ਆ ਤੇ ਤੁਸੀਂ ਸਰਵੇ ਕਰਾ। ਚਲੋ ਮਾੜਾ ਮੋਟਾ ਤਾਂ ਹੋ ਸਕਦਾ, ਪਰ ਬਹੁਤ ਜ਼ਿਆਦਾ। ਹਾਂਜੀ, 90% ਲਾ ਲਓ। 90% ਲੋਕ 84 ਦੇ ਚੱਕਰ 'ਚ ਪਏ ਹੋਏ ਆ। ਜੇ ਤੁਹਾਡਾ ਫਰੈਂਡ ਸਰਕਲ ਆ, ਤੁਸੀਂ ਇਹਦਾ ਤੁਹਾਡੇ 10 ਫਰੈਂਡ ਹੋਣਗੇ, 10 ਚੋਂ 9 ਹੋਣਗੇ ਜਿਹੜੇ ਕਹਿਣਗੇ ਭਾਜੀ ਆ ਵੀ ਹੁੰਦਾ, ਆ ਵੀ ਹੁੰਦਾ, ਆ ਵੀ ਹੁੰਦਾ। ਇੱਕ ਹੀ ਹੋਊਗਾ ਜਿਹੜਾ ਬਿਲੀਅਨਰ ਹੋਊ ਜਾਂ ਮਿਲੀਅਨਰ ਹੋਊ। ਤੁਸੀਂ ਮੈਨੂੰ ਗਿਣ ਕੇ ਦਿਖਾ ਦਿਓ ਮਿਲੀਅਨਰ। ਜਿਹੜਾ ਉਹ ਮਿਲੀਅਨਰ ਹੈਗਾ ਉਹਨੇ ਸਾਡੇ ਨਾਲ ਗੱਲ ਹੀ ਨਹੀਂ ਕਰਨੀ, ਸਾਡੇ ਨਾਲ ਬੈਠੂ ਕਿਉਂ? ਫਿਰ ਪਰਸੈਂਟੇਜ ਕਿੰਨੀ ਆ? ਉਹੀ ਤੇ ਉਹਨਾਂ ਦੀ ਗਿਣਤੀ ਘੱਟ ਹੈ। ਮੈਂ ਤੇ 10% ਦੀ ਵੀ ਬਹੁਤ ਵੱਡੀ ਗੱਲ ਕਰਦੀ, 10% ਵੀ ਨਹੀਂ ਗਏ। ਇਹ ਸੋਚਣਾ ਚਾਹੀਦਾ ਪੰਜਾਬੀਆਂ ਨੂੰ ਕਿ ਜੇ ਇਹ ਸੇਮ ਚੀਜ਼ਾਂ ਹੀ ਉਧਰ ਨੇ। ਅਸੀਂ ਵੇਖਦੇ ਹਾਂ ਜਦੋਂ ਟਾਟਾ ਬਿਰਲਾ ਜੇ ਉਹ ਕਿੰਨੇ ਪਰਸੈਂਟ ਨੇ? 2 ਜਾਂ 3%। ਬਿਲਕੁਲ। ਜਿਹੜੇ ਕਰੋੜਪਤੀ ਅਰਬਪਤੀ ਨੇ, ਕਰੋੜਪਤੀ ਤੇ ਬਹੁਤ ਨੇ, ਅਰਬਪਤੀ ਨੇ ਜਿਹੜੇ, ਤੇ ਸੇਮ ਚੀਜ਼ ਇੱਧਰ ਆ। ਬਿਲਕੁਲ। ਇਹ ਨਹੀਂ ਵੀ ਇੱਧਰ ਕੋਈ ਹਾਲਾਤ ਫਰਕ ਨੇ। ਇੱਧਰ ਇਹ ਆ ਕਿ ਜੇ ਉਹ ਤਾਂ ਸਾਨੂੰ ਰੋਟੀ ਸੌਖੀ ਮਿਲ ਕੇ ਰਾਤ ਨੂੰ ਕੋਠੇ ਤੇ ਚੜ ਕੇ ਮੰਜਾ ਢਾ ਕੇ ਸੌ ਜਾਂਦੇ ਸਨ। ਇੱਥੇ ਉਹ ਨਹੀਂ ਔਖਾ ਹੁੰਦਾ। ਪਰ ਇੱਥੇ ਜ਼ਰੂਰ ਇੱਕ ਗੱਲ ਸਾਹਿਬ, ਮੈਂ ਗੱਲ ਤੁਹਾਡੀ ਟੋਕ ਕੇ ਕਹਿਣੀ ਚਾਹੁੰਦਾ। ਕਵਿਤਾ ਮੈਂ ਸੁਣੂਗਾ ਸਾਰੀ। ਹਾਂਜੀ। ਮੈਨੂੰ ਪਤਾ ਕਿ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਲਿਖਿਆ ਵੀ ਆ ਤੇ ਸੁਣਾਉਣੀ ਵੀ ਆ। ਇੱਕ ਗੱਲ ਜ਼ਰੂਰ ਕਹੂੰਗਾ ਕਿ ਸਾਡੇ ਧੀਆਂ ਪੁੱਤਰ ਜਿਹੜੇ ਉਧਰੋਂ ਆਉਂਦੇ ਆ, ਇੱਥੇ ਆਉਂਦੇ ਆ, ਉਹਨਾਂ ਦੇ ਕੋਲ ਇੱਕ ਬੜਾ ਵਧੀਆ ਬਹਾਨਾ ਨਹੀਂ, ਇੱਕ ਬੜੀ ਵਧੀਆ ਗੱਲ ਹੈ। ਉਹ ਕਹਿੰਦੇ ਜੀ ਉੱਥੇ ਸਾਡਾ ਭਵਿੱਖ ਹੀ ਨਹੀਂ ਹੈਗਾ। ਪੜ੍ਹਾਈ ਕਰ ਲਈਏ, ਨੌਕਰੀ ਹੈ ਨਹੀਂ। ਪਹਿਲਾਂ ਤਾਂ ਪੜ੍ਹਾਈ ਚੰਗੀ ਨਹੀਂ ਹੈਗੀ, ਜੇ ਪੜ੍ਹਾਈ ਕਰ ਲਈ ਤੇ ਨੌਕਰੀ ਨਹੀਂ ਹੈਗੀ। ਨੌਕਰੀ ਜੇ ਮਿਲਦੀ ਆ ਤੇ ਰਿਸ਼ਵਤਾਂ ਕਿੰਨੀਆਂ ਦੇਣੀਆਂ ਪੈਂਦੀਆਂ। ਉੱਥੋਂ ਦਾ ਪੁਲਿਸ ਸਿਸਟਮ, ਕਾਨੂੰਨ, ਉੱਥੋਂ ਦੇ ਸਰਕਾਰੀ ਤੰਤਰ ਏਡਾ ਜ਼ਿਆਦਾ ਭੈੜਾ ਹੈਗਾ, ਉੱਥੇ ਕੋਈ ਵੀ ਨਹੀਂ ਰਹਿਣਾ ਚਾਹੁੰਦਾ। ਨਹੀਂ, ਉੱਥੇ ਸਾਰਾ ਕੁਝ ਭੈੜਾ ਹੀ ਇੱਥੇ ਆ ਕੇ ਹੀ ਕਰ ਰਹੇ ਆ। ਉਹ ਨਹੀਂ ਕਰਨਾ ਚਾਹੀਦਾ। ਹਾਂਜੀ, ਤੁਸੀਂ ਮੈਨੂੰ ਇਹ ਦੱਸੋ, ਉੱਥੋਂ ਜੇ ਕੋਈ ਆ ਕੇ ਡੈਂਟਲ 'ਚ ਇੱਥੇ ਐਡਮਿਸ਼ਨ ਲੈ ਸਕਦਾ? ਬਿਲਕੁਲ ਡਿਨਾਈ। ਡਾਕਟਰੀ 'ਚ ਡਾਇਰੈਕਟ ਐਡਮਿਸ਼ਨ ਲੈ ਸਕਦਾ? ਨਹੀਂ ਲੈ ਸਕਦਾ। ਇੰਜੀਨੀਅਰਿੰਗ 'ਚ ਜੇ ਲੈਂਦਾ ਤਾਂ ਦੂਜੇ ਸਾਲ 'ਚ ਛੱਡ ਜਾਂਦੇ ਜਾਂ ਤੀਜੇ 'ਚ। ਇੱਥੇ ਇਮੀਗ੍ਰੈਂਟ ਜਿਹੜੇ ਬੱਚੇ, ਉਹਨਾਂ ਦੀ ਪੜ੍ਹਨ ਦੀ ਰੇਸ਼ੋ ਜਿਹੜੀ ਹੈ ਜੀ, ਉਹ 50% ਤੋਂ ਥੱਲੇ ਆ। ਹਾਂਜੀ ਹਾਂਜੀ, ਉਹ ਤਾਂ ਗੱਲ ਪੱਕੀ ਹੈ ਜੀ। ਅੱਗੇ ਵੀ ਅਸੀਂ ਇੱਕ ਵਾਰੀ ਡਿਸਕਸ ਕੀਤਾ ਸੀਗਾ ਕਿ 12 ਗ੍ਰੇਡ ਕਰਨ ਤੋਂ ਬਾਅਦ ਬੱਚਿਆਂ ਦਾ ਹੌਸਲਾ ਹੀ ਨਹੀਂ ਪੈਂਦਾ ਯੂਨੀਵਰਸਿਟੀ ਕਾਲਜ 'ਚ। ਬਿਲਕੁਲ ਬਿਲਕੁਲ ਜੀ। ਨਹੀਂ, 2 ਗੱਲਾਂ ਕਰਕੇ ਬਾਹਰੋਂ ਆਉਂਦੇ ਨਾ ਜਿਹੜੇ, ਹਾਂਜੀ, ਜਿਵੇਂ ਅਸੀਂ ਇੰਡੀਆ ਤੋਂ ਇਮੀਗ੍ਰੈਂਟ ਬੱਚੇ ਨੇ, ਸਾਡੇ ਬੱਚੇ ਚਾਈਨੀਜ਼ ਬੱਚਿਆਂ ਵਰਗੇ ਜਾਂ ਫਿਲੀਪੀਨੋ ਜਾਂ ਜੈਪਨੀਜ਼ ਬੱਚਿਆਂ ਵਰਗੇ ਨਹੀਂ, ਜਿਨ੍ਹਾਂ ਨੇ ਆ ਕੇ ਇੱਧਰ ਡਿਗਰੀਆਂ ਕਰਨੀਆਂ। ਸਾਡੇ ਬੱਚਿਆਂ ਦਾ ਇੱਕੋ ਹੀ ਮਕਸਦ ਆ, ਅਸੀਂ PR ਲੈਣੀ, ਪੱਕੇ ਹੋਣਾ। 4 ਸਾਲ ਦਾ ਕੋਰਸ ਲਿਆ, ਇੱਥੇ ਆਉਂਦੇ ਇੱਕ ਤਬਦੀਲ ਕਰਕੇ 1 ਸਾਲ ਦਾ ਕਰ ਲੈਣਾ। ਆਉਂਦੇ ਪਹਿਲਾਂ 4 ਸਾਲਾਂ ਦਾ ਉੱਥੋਂ ਲੈ ਕੇ ਤੇ ਇੱਥੇ ਆ ਕੇ ਸਾਲ ਦਾ ਕਰ ਲੈਣਾ। ਫਿਰ ਆਪਾਂ ਉੱਥੋਂ ਵੈਨਕੂਵਰ ਉਤਰਨਾ ਜਾਂ ਕਿਤੇ ਟੋਰਾਂਟੋ ਉਤਰਨਾ। ਆਉਂਦੇ ਪਹਿਲਾਂ ਸੋਚਣਾ ਵੀ ਇਹ ਮੈਨੀਟੋਬਾ 'ਚ ਸਸਤੀ ਮਿਲਦੀ, ਉੱਥੇ ਚੱਲ ਜਾਈਏ, ਜਾਂ ਨਿਊ ਫਾਊਂਡਲੈਂਡ 'ਚ ਮਿਲਦੀ ਆ, ਕਿਤੇ ਮਿਲਦੀ ਆ, ਉੱਥੇ ਮਕਸਦ ਪੱਕੇ ਹੋਣ ਦਾ। ਉਹਦੇ ਪਿੱਛੇ ਦੇਖੋ ਰੀਜ਼ਨ ਕੋਈ ਵੀ ਹੋ ਸਕਦਾ। ਤੇ ਫਿਰ ਕਾਹਦੀ ਪੜ੍ਹਾਈ ਹੈ ਜੀ ਇੱਧਰ? ਨਹੀਂ, ਪੜ੍ਹਾਈ ਨਹੀਂ, ਪੜ੍ਹਨ ਨਹੀਂ। ਦੇਖੋ ਇੱਕ ਗੱਲ ਤਾਂ ਸਾਫ਼ ਹੈ ਕਿ ਪੜ੍ਹਾਈ ਮੋਟਿਵ ਨਹੀਂ ਰਹਿ ਗਿਆ। ਹੁਣ ਮੋਟਿਵ ਰਹਿ ਗਿਆ ਕਿ ਅਸੀਂ ਇੱਥੇ ਆ ਕੇ ਆਪਦੇ ਪੈਰ ਜਮਾਉਣੇ ਕਿੱਦਾਂ। ਬਿਲਕੁਲ ਜੀ, ਠੀਕ ਹੈ ਜੀ। ਚਲੋ ਇਸ ਗੱਲ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੇ ਕੋਈ ਤਾਂ, ਪਰ ਜੇ ਉਹਨਾਂ ਵਿੱਚੋਂ ਪੜ੍ਹ ਜਾਣ, ਕੁਛ ਪੜ੍ਹ ਜਾਣ ਤੇ ਬਹੁਤ ਵਧੀਆ ਓਪਰਚੁਨਿਟੀ ਹੈਗੀ ਆ। ਐਡਾ ਵਧੀਆ ਕੰਟਰੀ ਆ। ਕੱਲਾ ਕੈਨੇਡਾ ਨਹੀਂ, ਪੂਰਾ ਨਾਰਥ ਅਮਰੀਕਾ ਦੀ ਗੱਲ ਤੁਹਾਡੀ ਮੈਂ ਗੱਲ ਕਰਦਾ। ਕੁਝ ਪੜ੍ਹ ਜਾਣਾ, ਉਧਰ ਜਿਹੜੇ ਕੁਝ ਪੜ੍ਹਦੇ, ਕਿੰਨੇ ਕੁ ਡਾਕਟਰ ਜਿਹੜੇ ਭੁੱਖੇ ਮਰ ਰਹੇ ਉਧਰ ਮੈਨੂੰ ਤੁਸੀਂ ਦੱਸੋ ਨਾ, ਕਿੰਨੇ ਕੁ ਡਾਕਟਰ ਨੇ ਜਿਹੜੇ ਭੁੱਖੇ ਮਰ ਰਹੇ, ਕਿੰਨੇ ਕੁ ਇੰਜੀਨੀਅਰ ਨੇ। ਉੱਥੇ ਸਟਰਕਚਰ ਬਣਿਆ ਪਿਆ ਨਾ ਜੀ, ਉਹ ਭੁੱਖੇ ਤਾਂ ਭਾਵੇਂ ਨਹੀਂ ਮਰਦੇ, ਪਰ ਉਹ ਲੋਕਾਂ ਦੀਆਂ ਬਦਸੀਸਾਂ ਲੈਣ ਵਾਸਤੇ ਵੀ ਮਜਬੂਰ ਹੁੰਦੇ। ਜਦੋਂ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾ ਕੇ ਕੰਮ ਕਰਨਾ ਪੈਂਦਾ, ਤੁਹਾਨੂੰ ਤਨਖਾਹਾਂ ਕਿੰਨੀਆਂ ਕੁ ਮਿਲਦੀਆਂ। ਸਰਕਾਰੀ ਹਸਪਤਾਲਾਂ 'ਚ ਡਾਕਟਰ ਹੀ ਹੈ ਨਹੀਂ, ਸਰਕਾਰ ਦੀ ਨੀਅਤ ਹੀ ਹੈ ਨਹੀਂ ਡਾਕਟਰ ਭਰਤੀ ਕਰਨ ਦੀ, ਜਾਂ ਨਰਸਾਂ ਭਰਤੀ ਕਰਨ ਜਾਂ ਹੈਲਥ ਵਰਕਰ ਭਰਤੀ ਕਰਨ ਦੀ ਨੀਅਤ ਹੀ ਹੈ ਨਹੀਂ, ਪਾਲਿਸੀ ਹੈ ਨਹੀਂ। ਉਹੀ ਤੇ ਮੈਂ ਗੱਲ ਕਰ ਰਿਹਾ ਨਾ ਵੀ ਉਧਰ ਨੀਅਤ ਹੈ ਨਹੀਂ, ਇੱਧਰ ਆ ਕੇ ਆਪਾਂ ਪੜ੍ਹਦੇ ਨਹੀਂ। ਇੱਧਰ ਆ ਕੇ ਤਾਂ ਪੜ੍ਹਨਾ ਚਾਹੀਦਾ। ਇਸ ਗੱਲ ਦੇ ਮੈਂ ਹੱਕ 'ਚ ਹਾਂ, ਪੜ੍ਹਨਾ ਚਾਹੀਦਾ। ਇੱਧਰ ਆਓ, ਬਿਲਕੁਲ ਜੀ ਸਦਕੇ ਆਓ, ਲੇਕਿਨ ਕੋਸ਼ਿਸ਼ ਕਰੋ ਯਾਰ, ਜੇ ਤੁਸੀਂ ਉਧਰੋਂ 3 ਸਾਲ ਦਾ ਲੈ ਕੇ ਤੁਸੀਂ ਨਾ ਬਣਾਓ ਜੀ, ਥੋੜਾ ਬਹੁਤਾ ਤੇ ਪੜ੍ਹੋ ਕਿ ਆਪਾਂ 3-4 ਕੰਮਾਂ ਤੇ ਆਪਣਾ ਸਾਰੀ ਕੀ ਕਹਿੰਦੇ ਆ ਪ੍ਰੈਸ਼ਰ 3-4 ਕੰਮਾਂ ਦੇ ਸਾਰਾ ਪਾ ਦਿੱਤਾ ਵੀ ਆਪਾਂ ਇਹ ਤੋਂ ਅੱਗੇ ਨਹੀਂ ਵਧਣਾ। ਉਧਰੋਂ ਆਓ, ਇੱਧਰ ਆ ਕੇ ਕੋਸ਼ਿਸ਼ ਕਰੋ, ਪੜ੍ਹੋ। ਪਰ ਬਲ ਸਾਹਿਬ, ਤੁਸੀਂ ਦੇਖਿਆ ਹੋਊਗਾ ਕਿ ਹੁਣ ਕੋਈ ਪ੍ਰੋਫੈਸ਼ਨ ਇਦਾਂ ਦਾ ਨਹੀਂ ਹੈਗਾ ਜਿੱਥੇ ਪੰਜਾਬੀਆਂ ਨੇ ਝੰਡੇ ਨਹੀਂ ਗੱਡੇ ਹੋਏ।
ਨਹੀਂ ਹਰ ਇੱਕ ਪ੍ਰੋਫੈਸ਼ਨ ਠੀਕ ਆ। ਮੈਜੋਰਿਟੀ ਜਿਹੜੀ ਆ ਉਹ ਸਾਡੀ ਸੌਖੀ ਜੀ ਜੋਬ ਵਾਲੇ ਪਾਸੇ ਨੂੰ ਮੈਜੋਰਿਟੀ ਧਿਆਨ ਕਰ ਲੈਂਦੀ ਹੈ, ਪਰ ਬਹੁਤ ਸਾਰੇ ਤੁਹਾਨੂੰ ਲੱਗਣਗੇ ਯੂਨੀਵਰਸਿਟੀਆਂ ਦੇ ਡਾਕਟਰ ਪ੍ਰੋਫੈਸਰ ਜਿਹੜੇ ਰਿਸਰਚ ਸਕਾਲਰ ਜਿਹੜੇ ਹੈਗੇ ਆ ਉਹ ਵੀ ਪੰਜਾਬੀ ਆ, ਸਰਦਾਰ ਸਿੱਖ ਮੁੰਡੇ ਹੈਗੇ ਆ, ਬਹੁਤ ਸਾਰੇ ਡਾਕਟਰ ਹੈਗੇ ਆ, ਬਹੁਤ ਸਾਰੇ ਜਿਹੜੇ ਲਾਇਰ ਹੈਗੇ ਆ, ਬਹੁਤ ਸਾਰੇ ਅਕਾਊਂਟੈਂਟ ਹੈਗੇ ਆ, ਚਾਰਟਰਡ ਅਕਾਊਂਟੈਂਟ ਹੈਗੇ ਆ। ਨਹੀਂ ਮੈਂ ਉਹ ਹੀ ਗੱਲ ਤੁਹਾਨੂੰ ਕਰ ਰਿਹਾ ਨਾ, ਕੁੱਲ ਮਿਲਾ ਕੇ ਤੁਸੀਂ ਦੇਖੋ ਤੇ ਵਿਧਾਨ ਸਭਾਵਾਂ ਦੇ ਵਿੱਚ ਵੀ ਤੇ ਇੱਥੋਂ ਦੀ ਪਾਰਲੀਮੈਂਟ ਦੇ ਵਿੱਚ ਵੀ ਪੰਜਾਬੀਆਂ ਦਾ ਬੋਲਬਾਲਾ, ਸਾਨੂੰ ਉਹਨਾਂ ਤੇ ਮਾਣ ਕਰਨਾ ਚਾਹੀਦਾ। ਬਿਲਕੁਲ ਬਿਲਕੁਲ ਅਸੀਂ ਮਾਣ ਕਰਦੇ ਜੀ ਸਾਰਿਆਂ ਤੇ, ਕਵਿਤਾ ਚਲਾਈਏ ਫਿਰ ਆਪਾਂ ਅੱਗੋਂ ਗੱਲ ਕਰਾਂਗੇ। ਹਾਂਜੀ 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 ਮੈਂ ਤਾਂ ਉਹ ਚਲੋ ਥੋੜੀ ਜਿਹੀ ਵਿੱਚ ਉਹਦੇ ਵਿੱਚ ਹਿੱਸਾ ਪਾ ਦਿਆਂ। ਬੋਲਬਾਲਾ ਸਾਰਿਆਂ ਦਾ, ਲੇਕਿਨ ਪੰਜਾਬੀਆਂ ਦਾ ਤਾਂ ਬੋਲਬਾਲਾ ਆਪਾਂ ਗਿਣੀਏ ਕਿ ਆਪਾਂ ਦੂਜਾ ਜਿਹੜਾ ਸਾਰਾ ਕੁਝ ਵਧਾਇਆ ਤੇ ਨੋ ਡਾਊਟ ਆਪਾਂ ਡਾਕਟਰ ਹੈਗੇ ਨੇ ਜਿਹੜੇ ਉਧਰੋਂ ਕਰਕੇ ਆਏ ਜੇ ਇੱਧਰ ਆ ਕੇ ਬਣ ਗਏ ਜਾਂ ਦੂਜੇ ਤਰੀਕੇ ਨਾਲ ਜੋ ਵੀ ਉਹਨਾਂ ਲਈ ਵਧਾਈ ਆ, ਉਹ ਚੰਗੇ ਨੇ ਵਧੀਆ। ਲੇਕਿਨ ਗੱਲ ਆਪਾਂ ਕਰ ਰਹੇ ਕਿ ਜਿਹੜੇ ਹੁਣ ਆ ਰਹੇ ਨੇ ਜਾਂ ਜਿਹੜੀ ਇਮੀਗ੍ਰੇਸ਼ਨ ਵੱਧ ਰਹੀ ਹੈ ਉਹ ਕਰੇਜ ਕਿਉਂ ਆ, ਉਹ ਕਰੇਜ ਨੂੰ ਜਾਂ ਤੇ ਆਪਾਂ ਉਸੇ ਤਰੀਕੇ ਨਾਲ ਬਰਕਰਾਰ ਰੱਖੀਏ, ਆਪਾਂ ਗਲਤ ਪਾਸੇ ਨਾਲ ਲੈ ਜਾਈਏ। ਠੀਕ ਹਾਂਜੀ ਉਹ ਸੀ ਜੀ ਸੋਚਿਓ ਖਾ ਕਿੱਥੇ ਹੋ ਗਈ ਭੁੱਲੋ ਪੰਜਾਬੀਓ, ਕਿਉਂ ਗਏ ਆ ਵਿਦੇਸ਼ਾਂ ਵਿੱਚ ਰੋਲਿਓ ਪੰਜਾਬੀਓ, ਜਾਂ ਕਿਉਂ ਗਏ ਆ ਵਿਦੇਸ਼ਾਂ ਉੱਤੇ ਡੋਲਿਓ ਪੰਜਾਬੀਓ। ਵੀ ਆਪਾਂ ਡੋਲ ਕਿਉਂ ਗਏ, ਇਹੀ ਚੀਜ਼ ਆ ਵੀ ਮੰਨ ਲਓ ਸਭ ਕੁਝ ਇੱਧਰ ਵਧੀਆ, ਲੇਕਿਨ ਆਪਾਂ ਕਿਉਂ ਡੋਲੇ ਆ ਉਹ ਆਪਾਂ ਸੋਚਣਾ ਵੀ ਉਧਰੋਂ ਸਾਡੇ ਕੋਲ ਕੋਈ ਭੁੱਲ ਹੋ ਗਈ ਆ, ਨਿਜ਼ਾਮ ਹੀ ਆ ਮਾੜਾ, ਵੀ ਅਸੀਂ ਕਹਿੰਦੇ ਵੀ ਉਧਰ ਨਿਜ਼ਾਮ ਬਿਲਕੁਲ ਹੀ ਮਾੜਾ ਜੀ, ਇਹਨੂੰ ਅਸੀਂ ਕਹਿ ਦਿੰਦੇ ਕਾਨੂੰਨ ਬਹੁਤ ਮਾੜਾ, ਜਾਂ ਸਾਡਾ ਕੋਈ ਕਸੂਰ ਆ, ਲਾਈ ਲੱਗ ਗਿਆ ਬਾਲੇ, ਜਾਂ ਪੈਸੇ ਦਾ ਫਤੂਰ ਆ ਵੀ ਜੇ ਸਾਨੂੰ ਇਹ ਵੀ ਪੈਸਾ ਹੀ ਪੈਸਾ ਚਾਹੀਦਾ। ਜਿਵੇਂ ਵਗਿਆ ਹਨੇਰ ਕਿਤੇ ਹੋ ਨਾ ਜਾਵੇ ਦੇਰ, ਦੀਵੇ ਲਾਲਚ ਨਾ ਕਰ ਦੇਵੇ ਗੋਲਿਓ ਪੰਜਾਬੀਓ, ਵੇਖਿਓ ਖਾ ਕਿੱਥੇ ਹੋ ਗਈ ਭੋਲਿਓ ਪੰਜਾਬੀਓ, ਕਿਉਂ ਗਏ ਆ ਵਿਦੇਸ਼ਾਂ ਉੱਤੇ ਡੋਲਿਓ ਪੰਜਾਬੀਓ। ਕਿਉਂਕਿ ਪੰਜਾਬੀ ਤਾਂ ਉਹ ਕੌਮ ਸੀ ਨਾ ਜਿਹੜੇ ਸੁਣਦੇ ਜੋ ਇੱਥੇ ਜੋ ਚਾਹੇ ਜਿੱਥੇ ਮਰਜ਼ੀ ਕਰ ਸਕਦੇ, ਉੱਥੇ ਕਿਉਂ ਨਹੀਂ ਕਰ ਸਕਦੇ। ਬਣ ਜਾਂਦਾ ਨਾ, ਜਿਵੇਂ ਮੈਂ ਉਹ ਗੱਲ ਕੀਤੀ ਪਰਸੈਂਟੇਜ ਦੀ, ਜੇ ਕਿਤੇ 2-4 ਦਾ ਚੱਲਦਾ ਗੁਜ਼ਾਰਾ, ਬਾਕੀ ਇੱਥੇ ਕਈ ਹਜ਼ਾਰਾਂ ਦਾ। ਗਿਣਤੀ ਦੇ ਜਿਵੇਂ ਤੁਸੀਂ ਕਹਿੰਦੇ ਜੀ ਪ੍ਰੋਫੈਸਰ ਨੇ ਡਾਕਟਰ ਨੇ, ਜਿਵੇਂ ਗਿਣਤੀ ਦੇ ਸਾਰੇ ਨਹੀਂ ਬਣਦੇ ਇੱਧਰ, ਵੀ ਜੇ ਤੁਸੀਂ ਸੋਚੋ ਕਿ ਉੱਧਰ ਆ ਕੇ ਸਾਰੇ ਇਹੋ ਕੁਝ ਇੱਧਰ ਬਣਦਾ ਹੋਵੇ, ਬਾਕੀ ਸਾਰਿਆਂ ਨੂੰ ਮਿਹਨਤ ਹੀ ਕਰਨੀ ਪੈਂਦੀ ਜਿਸ ਤਰ੍ਹਾਂ ਉੱਧਰ ਕਰਨੀ ਪੈਂਦੀ ਹੈ। ਚੱਲਦਾ ਗੁਜ਼ਾਰਾ ਇੱਥੇ ਬਾਕੀ ਕਈ ਹਜ਼ਾਰਾਂ ਦਾ, ਮਿਹਨਤ ਬਿਨਾਂ ਰੋਟੀ ਕਿਤੇ ਵੀ ਨਾ ਮਿਲੇ, ਜੇ ਉੱਥੇ ਨਹੀਂ ਮਿਲਦੀ ਤੇ ਇੱਥੇ ਵੀ ਨਹੀਂ ਮਿਲਦੀ, ਉਹ ਤਾਂ ਹਰ ਜਗ੍ਹਾ ਇਦਾਂ ਵੀ ਜਿਹੜੀ ਲੋਕੀ ਇਹੀ ਸੋਚ ਕੇ ਆਉਂਦੇ ਉੱਧਰ ਜਾ ਕੇ ਦਿਨੋਂ ਦਿਨ ਅਮੀਰ ਹੋ ਜਾਣਗੇ। ਮਿਹਨਤ ਬਿਨਾਂ ਰੋਟੀ ਕਿਤੇ ਵੀ ਨਾ ਮਿਲੇ, ਕਈ ਗਏ ਨੇ ਵਿਦੇਸ਼ਾਂ ਵਿੱਚ ਰੋਲਿਓ ਪੰਜਾਬੀਓ, ਵੇਖਿਓ ਖਾ ਕਿੱਥੇ ਹੋ ਗਈ ਭੋਲੋ ਪੰਜਾਬੀਓ। ਲਾਉਣਾ ਡੇਰਾ ਦੂਜੀ ਥਾਂ ਤੇ ਕੋਈ ਸੌਖਾ ਨਹੀਂ, ਨਵੇਂ ਕੰਮ ਨਵੇਂ ਲੋਕਾਂ ਨੂੰ ਅਪਣਾਉਣਾ ਸੌਖਾ ਨਹੀਂ, ਤੀਜੀ ਪੀੜ੍ਹੀ ਟੁੱਟ ਜਾਂਦੀ ਸਾਰੇ ਪਾਸਿਆਂ ਤੋਂ। ਕਿਉਂਕਿ ਹੁਣ ਅਸੀਂ ਵੀ ਵੇਖਿਆ, ਤੁਸੀਂ ਵੀ ਵੇਖਿਆ, ਸਾਰਿਆਂ ਵੇਖਿਆ, ਸਾਡੀ ਜਿਹੜੀ ਤੀਜੀ ਪੀੜ੍ਹੀ ਪਹਿਲੀ ਗੱਲ ਤਾਂ ਪੰਜਾਬੀ ਤੋਂ ਟੁੱਟ ਰਹੀ ਹੈ, ਫਿਰ ਕਲਚਰ ਤੋਂ ਟੁੱਟ ਰਹੀ ਆ। ਉਹ ਕਹਿੰਦੇ ਜੀ ਅਸੀਂ ਆਹ ਨਹੀਂ ਕਰਨਾ, ਅਸੀਂ ਇਹ ਨਹੀਂ ਕਰਨਾ, ਅਸੀਂ ਲਿਵਿੰਗ ਰਿਲੇਸ਼ਨਸ਼ਿਪ ਚਲਾਉਣਾ, ਅਸੀਂ ਵਿਆਹ ਨਹੀਂ ਕਰਾਉਣੇ, ਅਸੀਂ ਇਹ ਨਹੀਂ ਕਰਾਉਣਾ, ਗਾਂ ਸਾਡੀ ਮਰਜ਼ੀ ਹੈ ਕੌਂਡੋ ਚਲਾਉਣਾ, ਅਸੀਂ ਕਿੱਥੇ ਰਹਿਣਾ। ਟੁੱਟ ਰਹੀ ਆ, ਅਸੀਂ ਮੰਨੀਏ ਚ ਨਾ ਮੰਨੀਏ, ਜਿਹੜੀ ਸਾਡੇ ਤੋਂ ਪਹਿਲੀਆਂ 3 ਜਿਹੜੀਆਂ ਆਈਆਂ ਸੀ ਉਹਨਾਂ ਦੀ ਉਹਦੇ ਚ ਕਸੂਰ ਸਾਡਾ ਬਹੁਤ ਆ। ਹਾਂਜੀ ਤੀਜੀ ਪੀੜ੍ਹੀ ਟੁੱਟ ਜਾਂਦੀ ਸਾਰੇ ਪਾਸਿਆਂ ਤੋਂ, ਬੜਾ ਪੈਂਦਾ ਇਹ ਚੁਕਾਉਣਾ ਵੱਡਾ ਮੋਲਿਓ ਪੰਜਾਬੀਓ, ਕਿਉਂ ਗਏ ਆ ਵਿਦੇਸ਼ਾਂ ਉੱਤੇ ਡੋਲਿਓ ਪੰਜਾਬੀਓ। ਦੇਣੀ ਹੁੰਦੀ ਏ ਭੱਲ ਜਿਹਨੂੰ ਕਰਤਾਰ ਨਹੀਂ, ਉਹਨੇ ਜਿਹਨੂੰ ਭੱਲ ਦੇਣੀ ਹੁੰਦੀ ਉਹ ਕਿਤੇ ਵੀ ਦੇ ਸਕਦਾ। ਉਹ ਆਪਣੇ ਵੀ ਦੇਸ਼ ਵਿੱਚ ਜਾਂਦੇ ਮੱਲਾ ਮਾਰ ਰਹੇ, ਕਿਉਂਕਿ ਉੱਥੇ ਵੀ ਤੁਹਾਡੇ ਬਥੇਰੇ IPS IAS ਡਾਕਟਰ ਇੰਜੀਨੀਅਰ ਵਕੀਲ ਜੱਜ ਸਾਰੇ ਉੱਥੇ ਵੀ ਵਧੀਆ ਕੰਮ ਨੇ, ਵਧੀਆ ਕਾਰੋਬਾਰ। ਉਹ ਆਪਣੇ ਦੇਸ਼ ਵਿੱਚ ਜਾਂਦੇ ਮੱਲਾ ਮਾਰਨੇ। ਮੌਤ ਤੇ ਰਿਜ਼ਕ ਦੋਵੇਂ ਰੱਬ ਦੇ ਨੇ ਹੱਥ। ਕਿੰਨੇ ਵਿਚਾਰੇ ਸਾਡੇ ਸਟੂਡੈਂਟ ਇੱਧਰ ਆ ਕੇ ਡੈਥਾਂ ਹੋਈਆਂ, ਜਿਨ੍ਹਾਂ ਦੀ ਐਕਸੀਡੈਂਟ ਹੋਏ ਜਾਂ ਪੰਜਾਬੀਆਂ ਦੀਆਂ ਡੈਥਾਂ ਹੋਈਆਂ, ਉਹ ਪਰਮਾਤਮਾ ਦੇ ਹੱਥ ਵਾਸੇ, ਬੰਦੇ ਦੇ ਹੱਥ ਵਾਸੇ। ਕੋਈ ਨਹੀਂ ਚਾਹੁੰਦਾ ਜੀ ਕੋਈ ਬੰਦਾ ਕਿਸੇ ਦਾ ਧੀ, ਕਿਸੇ ਦੀ ਪੁੱਤ, ਕਿਸੇ ਦੇ ਮਾਂ ਪਿਓ ਮਰੇ ਇੱਧਰ ਆ ਕੇ। ਮੌਤ ਤੇ ਰਿਜ਼ਕ ਦੋਵੇਂ ਰੱਬ ਦੇ ਨੇ ਹੱਥ। ਆਪਾਂ ਆਪੇ ਬਾਲਦਾ ਉਹ ਸਾਰਿਆਂ ਦੇ ਚੋਲਿਓ ਪੰਜਾਬੀਓ, ਚੋਲ ਹੁੰਦਾ ਚੁੱਲ੍ਹਾ, ਆਪੇ ਬਾਲਦਾ ਉਹ ਸਾਰਿਆਂ ਦੇ ਚੋਲਿਓ ਪੰਜਾਬੀਓ, ਸੋਚਿਓ ਖਾ ਕਿੱਥੇ ਹੋ ਗਈ ਭੋਲੋ ਪੰਜਾਬੀਓ। ਕਰੇ ਅਰਦਾਸ ਬਲ ਸਦਾ ਰੱਬ ਅੱਗੇ, ਵਤਨ ਮੇਰੇ ਦੇ ਸਦਾ ਠੰਡੀ ਹਵਾ ਵਗੇ। ਘੁੱਗ ਵਸਦੇ ਰਹਿਣ ਮੇਰੇ ਅਣਖੀ ਪੰਜਾਬੀ, ਕਿਉਂਕਿ ਇੱਥੇ ਆ ਕੇ ਮੈਂ ਇਸੇ ਕਰਕੇ ਸਾਰਿਆਂ ਨੂੰ ਬਰਾਬਰ ਕਰਤਾ। ਘੁੱਗ ਵਸਦੇ ਰਹਿਣ ਮੇਰੇ ਅਣਖੀ ਪੰਜਾਬੀ, ਕੋਈ ਨਾ ਤੁਹਾਡੇ ਤੋਲਿਓ ਪੰਜਾਬੀਓ। ਤੋਲ ਹੁੰਦਾ ਵੀ ਤੁਹਾਡੇ ਬਰਾਬਰ ਹੀ ਕੋਈ ਨਾ ਤੁਹਾਡੇ ਤੋਲੋ ਪੰਜਾਬੀਓ, ਸੋਚਿਓ ਖਾ ਕਿੱਥੇ ਹੋ ਗਈ ਭੋਲੋ ਪੰਜਾਬੀਓ, ਕਿਉਂ ਗਏ ਆ ਵਿਦੇਸ਼ਾਂ ਵਿੱਚ ਰੋਲੋ ਪੰਜਾਬੀ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਵਿਦੇਸ਼ਾਂ 'ਚ ਰੁਲ ਰਹੇ ਲੋਕ, ਜਵਾਨੀ ਇੱਥੇ ਵੀ ਰੁਲ ਰਹੀ ਹੈ। ਉਦੋਂ ਰੁਲਦੀ ਹੈ ਜਦੋਂ ਜੀ ਪਲੈਨਿੰਗ ਨਹੀਂ ਹੈਗੀ। ਜਦੋਂ ਘਰੋਂ ਤੁਸੀਂ ਪਲੈਨਿੰਗ ਨਾਲ ਤੁਰੇ ਹੀ ਨਹੀਂ, ਜਦੋਂ ਸੋਚਿਆ ਹੀ ਨਹੀਂ ਕਿ ਅਸੀਂ ਜਾ ਕੇ ਉੱਥੇ ਕੀ ਕਰਨਾ। ਜਾਂ ਜਿਵੇਂ ਤੁਸੀਂ ਕਹਿ ਰਹੇ ਹੋ, ਪਹਿਲਾਂ ਗੱਲ ਕੀਤੀ ਸੀ ਕਿ ਬਹੁਤ ਸਾਰੇ
ਨਵੀਂ ਜਿਹੜੇ ਜਨਰੇਸ਼ਨ ਆ ਰਹੀ ਆ ਉਹਨਾਂ ਦਾ ਮੋਟਿਵ ਇੱਥੇ ਆ ਕੇ ਸਿਰਫ ਪੱਕੇ ਹੋਣ ਤੋਂ ਪੜ੍ਹਨ ਪੁੜਨ ਤੋਂ ਹੈ ਨਹੀਂ। ਬਿਲਕੁਲ ਠੀਕ ਹੈ ਜੀ। ਉਹ ਫਿਰ ਧੁੱਸ ਮਾਰੇ ਕੋਈ ਪ੍ਰੋਫੈਸ਼ਨ ਦੇ ਵਿੱਚ ਵਗੇ ਤੁਰੇ ਜਾਂਦੇ ਆ। ਉਹ ਨਫਾ ਨੁਕਸਾਨ ਵੀ ਸ਼ਾਇਦ ਉਹਨਾਂ ਨੂੰ ਬਹੁਤ ਦੇਰ ਬਾਅਦ ਪਤਾ ਲੱਗਦਾ। ਮੈਂ ਤੇ ਤੁਹਾਡੀ ਗੱਲ ਕੱਟ ਰਿਹਾ, ਮੈਂ ਤੇ ਮਾਫੀ ਵੀ ਚਾਹੁੰਦਾ ਸਾਰੇ ਪੰਜਾਬੀਆਂ ਕੋਲ ਵੀ ਭਾਈ ਕੋਸ਼ਿਸ਼ ਕਰੋ ਸੱਚ ਬੋਲਣ ਦੀ। ਕੋਈ ਗੱਲ ਨਹੀਂ, ਤੁਹਾਨੂੰ ਲੋਕੀ ਨਾ ਪਸੰਦ ਕਰਨ ਨਾ ਕਰਨ, ਕੋਈ ਗੱਲ ਨਹੀਂ, ਲੇਕਿਨ ਕੋਸ਼ਿਸ਼ ਕਰੋ ਇੰਡੀਆ ਜਾਂਦੇ ਜੀ ਉਹਨਾਂ ਨੂੰ ਦੱਸੋ ਵੀ ਭਾਈ ਸਾਹਿਬ ਉੱਥੇ ਕੋਈ ਏਡਾ ਸੌਖਾ ਕੰਮ ਨਹੀਂ। ਉੱਥੇ ਜਾ ਕੇ 6 ਤੋਂ 7 ਸਾਲ ਤੁਹਾਡੇ ਸਾਰੇ ਟੱਬਰ ਨੂੰ ਮਿਹਨਤ ਕਰਨੀ ਪੈਣੀ ਆ, ਫਿਰ ਜਾ ਕੇ ਤੁਸੀਂ ਪੈਰ ਨਹੀਂ ਲੱਗਦੇ ਛੇਤੀ, ਫਿਰ ਪੈਰ ਲੱਗਣੇ ਆ। ਤੇ ਪ੍ਰਮਾਤਮਾ ਨਾ ਕਰੇ 6 7 8 ਸਾਲਾਂ ਬਾਅਦ ਤੁਹਾਡੇ ਪੈਰ ਲੱਗਣ ਤੋਂ ਬਾਅਦ ਤੁਹਾਡਾ ਕੋਈ ਬੱਚਾ ਗਲਤ ਪਾਸੇ ਤੁਰ ਪਿਆ ਇਸੇ ਸਮੇਂ ਦੌਰਾਨ, ਕਿਉਂਕਿ ਇਸੇ ਸਮੇਂ 'ਚ ਤੁਸੀਂ ਮਿਹਨਤ ਕਰਨੀ, ਬੱਚਿਆਂ 'ਤੇ ਧਿਆਨ ਨਹੀਂ ਦੇਣਾ। ਬਿਲਕੁਲ, ਇਹ ਇੱਕ ਬਹੁਤ ਵੱਡਾ ਸੰਤਾਪ ਹੈ ਜਿਹੜਾ ਸਾਡੇ ਪੰਜਾਬੀ ਭੁਗਤ ਰਹੇ ਆ, ਕਿਉਂਕਿ ਮੈਕਸਿਮਮ ਇਹੀ ਕੰਮ ਹੁੰਦਾ ਜੀ, ਆਪਾਂ ਪੈਸੇ ਪਿੱਛੇ ਪੈਂਦੇ ਆ, ਬੱਚਿਆਂ ਨੂੰ ਭੁੱਲ ਜਾਂਦੇ ਆ। ਦੁਨੀਆ 'ਚ ਜੇ ਕੋਈ ਮੈਨੂੰ ਇਗਨੋਰ ਕਰਦਾ ਤਾਂ ਮੈਨੂੰ ਬੰਦਾ ਬੁਰਾ ਲੱਗਦਾ। ਇਹੀ ਕਾਰਨ ਹੈ ਸਾਡੇ ਬੱਚੇ ਫਿਰ ਦੂਜੇ ਪਾਸੇ ਤੁਰ ਪੈਂਦੇ ਆ, ਜਾਂ ਉਹਨਾਂ ਨੂੰ ਪਤਾ ਹੁੰਦਾ ਵੀ ਬਾਪੂ ਨੇ ਕੋਈ ਗੱਲ ਨਹੀਂ ਜੀ ਇੰਨੇ ਹਜ਼ਾਰ ਤੇ ਬਾਪੂ ਨੇ ਆਉਣੇ ਆ। ਕੁੱਲ ਮਿਲਾ ਕੇ ਤੁਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਸਾਡੇ ਪਰਿਵਾਰ ਉੱਥੋਂ ਆਉਂਦੇ ਆ ਤੇ ਉਹਨਾਂ ਨੂੰ ਮਜਬੂਰੀ ਬਸ ਪੈਰ ਲਾਉਣ ਪੱਕੇ ਕਰਨ ਦੀ ਖਾਤਰ ਉਹਨਾਂ ਨੂੰ ਦਿਨ ਰਾਤ ਦੋਹਰੀਆਂ ਤੇਰੀਆਂ ਜੌਬਾਂ ਕਰਨੀਆਂ ਪੈਂਦੀਆਂ, ਕੰਮ ਕਰਨੇ ਪੈਂਦੇ ਆ, ਤੇ ਉਹ ਪਰਿਵਾਰ ਦਾ ਧਿਆਨ ਜਿਹੜਾ ਉਹ ਵੀ ਰੱਖਣ। ਬਿਲਕੁਲ, ਉਹ ਪ੍ਰਾਇਮਰੀ ਜ਼ਿੰਮੇਵਾਰੀ ਹੈ। ਨਹੀਂ, ਇਹ ਚੀਜ਼ਾਂ ਆਪਾਂ ਉਹਨਾਂ ਨੂੰ ਉੱਧਰ ਜਾ ਕੇ ਵੀ ਦੱਸੀਏ ਨਾ ਕਿ ਆਪਾਂ 6-7 ਸਾਲ ਭਾਈ ਮਾਂ ਪਿਓ ਸਾਰਾ ਟੱਬਰ ਮਰੀਏ ਤੇ ਫਿਰ ਜਾ ਕੇ ਗੁਜ਼ਾਰਾ ਹੁੰਦਾ। ਨਹੀਂ, ਉਹ ਦੇਖੋ, ਉਹ ਤੁਹਾਨੂੰ ਦੱਸੀ ਗੱਲ ਮੈਂ, ਤੇ ਉਹ ਤਾਂ ਕਹਿੰਦੇ ਜੀ ਮੱਛੀ ਪੱਥਰ ਚੱਟ ਕੇ ਮੁੜਨੀ ਆ, ਔਰ ਜੋ ਮਰਜ਼ੀ ਤੁਸੀਂ ਗਿਆਨ ਝਾੜੀ ਚੱਲੋ, ਉੱਥੇ ਉਹ ਨਹੀਂ ਸੁਣਦੇ। ਉਹ ਤਾਂ ਕਹਿੰਦੇ ਆ ਜੀ ਤੁਸੀਂ ਚਲੇ ਗਏ ਸਾਡੇ ਵਾਸਤੇ, ਤੁਸੀਂ ਆ ਗੱਲਾਂ ਸੁਣਾਈਆਂ। ਪਤਾ ਕੀ ਜੇ ਚੱਕਰ, ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਨਾ, ਮੈਂ ਕਹੀ ਜਾਵਾਂ ਜੀ ਮੇਰੇ ਘਰ ਦੇ ਬੜੇ ਚੰਗੇ, ਮੇਰਾ ਫਲਾਣਾ ਬੜਾ ਚੰਗਾ, ਮੇਰਾ ਉਹ ਬੜਾ ਚੰਗਾ, ਮੇਰਾ ਉਹ ਲੋਕਾਂ ਤੇ ਹੌਲੀ ਹੌਲੀ ਅਸਰ ਹੋਣਾ ਸ਼ੁਰੂ ਹੋ ਜਾਣਾ। ਜਦੋਂ ਲੋਕੀ ਹੌਲੀ ਹੌਲੀ ਕਹਿਣਗੇ ਮਾੜੇ ਨਹੀਂ ਯਾਰ ਚੰਗੇ ਨੇ, ਉਹਦੇ ਵਧੀਆ ਨੇ ਜੀ, ਜਦੋਂ ਲੋਕਾਂ ਦੇ ਸਾਹਮਣੇ ਚੀਜ਼ ਆਉਂਦੀ ਆ ਫਿਰ ਪਤਾ ਲੱਗਦਾ। ਲੇਕਿਨ ਆਪਾਂ ਨੇ ਕਿ 1970 ਤੋਂ ਲੈ ਕੇ 2010 ਤੱਕ ਆਪਾਂ 40 ਸਾਲ ਲੋਕਾਂ ਨੂੰ ਕਿਹਾ ਵੀ ਸਵਰਗ 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 ਸਵਰਗ, ਤੇ ਫਿਰ ਸਵਰਗਵਾਸੀ ਜਦੋਂ ਅਸੀਂ ਸਵਰਗਵਾਸੀ ਹਾਂ, ਸਵਰਗਵਾਸੀ ਆ ਨਾ, ਜਿਹੜੇ ਸਵਰਗ 'ਚ ਰਹਿੰਦੇ ਉਹਨੂੰ ਸਵਰਗਵਾਸੀ ਕਹਿੰਦੇ। ਆਪਾਂ ਕਿਹਾ ਤਾਂ ਹੁਣ 10 ਸਾਲਾਂ 'ਚ ਆਪਾਂ ਉਹ ਨਰਕ ਨਹੀਂ ਕਹਿ ਸਕਦੇ। ਹੈ ਨੋ ਡਾਊਟ ਚੰਗਾ ਆ, ਪਰ ਸਵਰਗ ਨਰਕ ਨਾ ਆਖੋ। ਇੰਡੀਆ ਨਰਕ ਨਹੀਂਗਾ, ਦੋਵੇਂ ਦੇਸ਼ ਬਰਾਬਰ ਨੇ। ਕਿਸੇ ਦੇਸ਼ 'ਚ ਘਾਟ ਵੱਧ ਹੁੰਦੀ ਕਿ ਇੱਕੇ ਘਰ ਦੇ ਪਰਿਵਾਰ 'ਚ 7 ਭਰਾ ਹੋਣ ਜੀ, 2 ਭਰਾ ਹੋਣ, ਇੱਕ ਦਾ ਕੰਮ ਹੋਰ ਹੁੰਦਾ, ਦੂਜੇ ਦਾ ਹੋਰ ਹੁੰਦਾ। ਹੋਰ ਤੇ ਹੋਰ ਛੱਡੋ ਜੀ, ਤੁਸੀਂ ਦੁਨੀਆ ਦੇ ਕਿਤੇ ਚਲੇ ਜਾਓ, ਇੱਕ ਪਿੰਡ 'ਚ ਜੇ 350 ਘਰ ਹੈ ਜੀ, ਵਿੱਚੋਂ 50 ਘਰਾਂ ਦੀ ਪੋਜੀਸ਼ਨ ਹੋਰ ਹੁੰਦੀ, 50 ਦੀ ਹੋਰ ਹੁੰਦੀ, ਉਦੋਂ 50 ਦੀ ਹੋਰ ਹੁੰਦੀ, ਉਹਦੀ ਆਪਾਂ ਕਿਉਂ ਇਹ ਚੀਜ਼ ਨੂੰ, ਉਹ ਇਹਦਾ ਮਤਲਬ ਆਪਾਂ ਕਹਿੰਦੇ ਕਿ ਉਹ ਮਹੱਲਾ ਨਰਕ ਆ। ਚਲੋ ਮੈਂ ਦੇਸ਼ਾਂ ਦੇ ਕੰਪੈਰੀਜ਼ਨ ਦੇ ਵਿੱਚ ਤਾਂ ਨਹੀਂ ਪੈਂਦਾ, ਜ਼ਰੂਰ ਆਪਾਂ ਗੱਲ ਕਰਾਂਗੇ ਵੀ ਇੰਡੀਆ ਦਾ ਕਲਚਰ, ਇੰਡੀਆ ਦਾ ਇਕੋਨੋਮਿਕ ਸਿਸਟਮ, ਉੱਥੋਂ ਦੀ ਰਾਜਨੀਤੀ, ਸਿਆਸਤ, ਸਿਆਸੀ ਲੋਕ ਤੇ ਇੱਥੇ ਦੇ ਸਿਆਸੀ ਲੋਕ, ਇਹਨਾਂ ਦੇ ਵਿੱਚ ਫਰਕ ਕੀ ਹੈਗਾ ਤੇ ਕਿਉਂ ਹੈਗਾ, ਇਹ ਗੱਲਾਂ ਤੇ ਵੀ ਆਪਾਂ ਡਿਸਕਸ ਕਰਾਂਗੇ। ਨੈਕਸਟ ਪ੍ਰੋਗਰਾਮ ਆਪਾਂ ਇਸੇ ਤੇ ਰੱਖਾਂਗੇ। ਮੈਂ ਗੱਲ ਫਿਰ ਉੱਥੇ ਦੁਬਾਰਾ ਲਿਆਉਣੀ ਚਾਹੁੰਦਾ, ਕਨਕਲੂਜਨ ਵਿੱਚ ਲੈ ਕੇ ਆਉਣੀ ਚਾਹੁੰਦਾ ਕਿ ਇੰਨਾ ਜਿਹੜਾ ਕਰੇਜ਼ ਹੈ, ਇੰਨੀ ਖਿੱਚ ਜਿਹੜੀ ਹੈਗੀ ਆ, ਇੰਨੀ ਤੜਪ ਜਿਹੜੀ ਹੈਗੀ, ਇੰਨੀ ਜਿਹੜੀ ਮਨ 'ਚ ਧੂ ਪਈ ਜਾਂਦੀ ਹੈ ਬਾਹਰ ਜਾਣਾ। ਉਹੀ ਤਾਂ ਫਿਰ ਗਲਤ, ਮੈਂ ਤੁਹਾਨੂੰ ਸਾਰੀਆਂ ਗੱਲਾਂ ਦਾ ਨਿਚੋੜ ਇੱਕੋ ਹੀ ਹੈ ਜੀ। ਬੰਦੇ ਦਾ ਕੰਮ ਹੈ ਜੀ, ਵਿਚੋਲੇ ਦਾ ਕੰਮ ਹੈ ਰਿਸ਼ਤਾ ਕਰਾਉਣਾ। ਤੇ ਇੱਕ ਜਿੰਨੇ ਅਸੀਂ NRI ਇਹ ਵੀ ਸਮਝੋ ਕਿ ਅਸੀਂ ਕੈਨੇਡਾ ਦੇ, ਅਮਰੀਕਾ ਦੇ, ਆਸਟ੍ਰੇਲੀਆ ਦੇ, ਯੂਰਪ ਦੇ ਵਿਚੋਲੇ ਆ। ਅਸੀਂ ਸਿਫਤਾਂ ਹੀ ਕਰੀ ਗਏ ਆ ਜੀ, ਮੁੰਡਾ ਬਹੁਤ ਸੋਹਣਾ, ਕੁੜੀ ਤੋਰਦੇ, ਮੁੰਡਾ ਬਹੁਤ ਖਾਨਦਾਨ ਬੜਾ ਚੰਗਾ, ਕੁੜੀ ਤੋਰਦੇ। ਮੈਂ ਨਾ 12 ਹੋ ਜਿਹੜੀਆਂ ਅੱਖਾਂ ਮਿਟ ਕੁੜੀ। ਹੁਣ ਤੁਸੀਂ ਇਹ ਸੋਚੋ ਵੀ ਕੁੜੀ ਤੁਰੇ ਕਿਵੇਂ ਨਾ, ਕੁੜੀ ਤੇ ਤੁਰੂਗੀ ਜਦੋਂ ਉਹਨੂੰ ਸਭ ਕੁਝ ਦੇਖਦਾ, ਕੁੜੀ ਦੇ ਮਾਪਿਆਂ ਨੂੰ ਸਭ ਕੁਝ ਦੇਖਦਾ। ਇਹੀ ਕਾਰਨ ਆ ਕਿ ਆਪਾਂ ਨੇ ਬਹੁਤ ਕੁਝ ਹੀ ਚੰਗਾ ਕਰਤਾ। ਫਿਰ ਦੂਜੀ ਗੱਲ ਅਸੀਂ ਕਹਿੰਦੇ ਜੀ ਤੁਸੀਂ ਤਾਂ ਗਰੀਬ ਜੇ, ਤੁਸੀਂ ਤਾਂ ਕਰਨਾ ਕੱਖ। ਉਹ ਕੁੜੀ ਵਾਲੇ ਸੋਚਦੇ ਵੀ ਅਸੀਂ ਇੰਨੇ ਗਰੀਬ ਹੈ, ਚਲੋ ਸਾਡੀ ਕੁੜੀ ਸੁਖੀ ਵਸੇ। ਇਹ ਉਹ ਵਿਚੋਲ ਰਿਸ਼ਤਾ ਹੋ ਗਿਆ। ਦੂਸਰੇ ਏਜੰਟਾਂ ਦਾ, ਤੇ ਉਹ ਪੰਜਾਬੀ 'ਚ ਕਹਿੰਦੇ ਨਾ ਵੀ ਬੇੜਾ ਹੀ ਗਰਕ ਹੋ ਜੇ, ਉਹਨਾਂ ਨੇ ਤੇ ਇਹ ਗੱਲ ਕਹਿ ਦਿੱਤੀ ਵੀ ਤੁਸੀਂ ਮੁੰਡਾ ਉੱਥੇ ਲੈਂਡ ਕਰਾਓ। ਕੁਝ ਕੁ ਚੰਦ ਏਜੰਟ ਨੇ, ਮੈਂ ਨੋ ਡਾਊਟ ਇਹ ਕਹਿੰਦਾ, ਜਿਨ੍ਹਾਂ ਨੇ ਹੁਣ ਵੀਡੀਓ ਵੀ ਪਾਈਆਂ ਵੀ ਭਾਈ ਉੱਥੇ ਬੜਾ ਔਖਾ ਜੇ, ਉੱਥੇ ਬੱਚੇ ਨੂੰ ਇੰਨੇ ਕੁ $1000 ਹਰ ਮਹੀਨੇ ਖਰਚੇ ਲਈ ਚਾਹੀਦੇ ਘੱਟੋ ਘੱਟ ਚਾਹੀਦੇ। ਵੇਖੋ ਜੀ, ਬੱਚੇ ਨੇ ਬੱਸ ਤੇ ਜਾਊ ਤਾਂ ਪਾਸ ਜ਼ਰੂਰੀ ਆ, ਜਿਹੜਾ $100 ਤੋਂ ਉੱਤੇ ਹਰ ਪਹਿਲਾਂ ਤਾਂ ਰਿਹਾਇਸ਼ ਜ਼ਰੂਰੀ ਹੈ ਨਾ। ਨਹੀਂ, ਆਪਾਂ ਰਿਹਾਇਸ਼ ਚਲੋ ਬਹੁਤ ਮਹਿੰਗੀ ਗੱਲ ਹੈ ਨਾ। ਫਿਰ ਕਿਤੇ ਵੀ ਤੁਸੀਂ ਇੱਕ ਕਮਰਾ ਲਓਗੇ, ਕਿਤੇ ਵੀ $700 ਤੋਂ ਲੈ ਕੇ $1000 'ਚ ਮਿਲਦਾ।
ਠੀਕ ਹੈ ਜੀ। ਫਿਰ ਆਪਾਂ ਉੱਥੋਂ ਇੰਡੀਆ ਚੋਂ ਤੇ ਆਉਂਦੇ ਆ ਵੱਡੇ ਵੱਡੇ ਘਰਾਂ ਚੋਂ, ਜੇ ਇੱਥੇ ਆ ਕੇ ਆਪਾਂ ਇੱਕ ਕਮਰੇ 'ਚ ਦੋ ਦੋ, ਇੱਕ 'ਚ ਤਿੰਨ ਤਿੰਨ, ਇੱਥੇ 10 ਰਹਿੰਦੇ 10 ਰਹਿ ਰਹੇ। ਇੱਥੇ ਮੈਂ ਇੱਕ ਪਿੱਛੇ ਜੇ ਇੱਕ ਰੇਡੀਓ ਦੀ ਖਬਰ ਸੁਣ ਰਿਹਾ ਹਾਂ, ਇੱਕ ਬੇਸਮੈਂਟ ਦੇ ਵਿੱਚੋਂ 11 ਜਣੇ ਰਹਿ ਰਹੇ ਆ ਬੱਚੇ। ਪਰ ਫਿਰ ਤੁਸੀਂ ਇਹ ਸੋਚੋ ਵੀ ਆਪਾਂ ਕਿਹੜੇ ਪਾਸਿਓਂ ਸਹੀ ਆ, ਤੇ ਆਪਾਂ ਇਹ ਤਾਂ ਹੁਣ ਉਹ ਇਹੀ ਸਾਨੂੰ ਬੁਰੇ ਬਣਾਉਣ ਵਾਲੀ ਗੱਲ ਇਹੀ ਸੋਚਦੇ ਨੇ ਜੀ ਲੋਕ ਸਾਰੇ ਕਿ ਚਲੋ ਥੋੜਾ ਜਿਹਾ ਔਖਾ ਟਾਈਮ ਕੱਢ ਲਵੋ, ਫਿਰ ਸੌਖੇ ਦਿਨ ਆ ਜਾਣੇ। ਕਿ ਜਿੱਦਾਂ ਉਹ ਮੁੱਖ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਕਹਿੰਦੇ ਅੱਛੇ ਦਿਨ ਆਉਣੇ ਵਾਲੇ ਆ, ਬਸ ਉਹ ਅੱਛੇ ਦਿਨਾਂ ਦੀ ਉਮੀਦ ਵਿੱਚ ਉਹ ਦੇਸ਼ ਦਾ ਬੇੜਾ ਗਰਕ ਕਰਤਾ ਉਹਨਾਂ ਨੇ। ਅੱਛੇ ਦਿਨ ਇੱਥੇ ਆਉਣਗੇ ਜੇ ਅਸੀਂ ਨਿਯਮਬੱਧ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰਾਂ। ਪਰ ਇੱਕ ਗੱਲ ਤੁਹਾਡੀ ਬਿਲਕੁਲ ਲੱਖ ਰੁਪਏ ਦੀ ਹੈ ਕਿ ਜਿਵੇਂ ਸਾਡੇ ਮੋਦੀ ਸਾਹਿਬ ਕਹਿੰਦੇ ਨੇ, ਹੁਣ ਜਿੰਨੇ NRI ਉੱਧਰ ਜਾ ਕੇ ਨੋਟ ਸੁੱਟਦੇ ਜਾਂ ਸਮਝੋ ਸਾਰੇ ਮੋਦੀ ਨੇ, ਤੇ ਜਿੰਨੇ ਏਜੰਟ ਨੇ ਇਹ ਵੀ ਸਾਰੇ ਮੋਦੀ ਨੇ। ਠੀਕ ਹੈ। ਇਹ ਅੱਛੇ ਦਿਨ ਹੀ ਲਿਆਉਣ ਵਾਲੇ ਨੇ, ਪਰ ਅੱਛੇ ਦਿਨ ਮਿਹਨਤ ਨਾਲ ਆਉਣੇ ਨੇ, ਮਿਹਨਤ ਨਾਲ, ਲੋਕਾਂ ਦੀ ਮਿਹਨਤ ਨਾਲ ਆਉਣੇ ਨੇ, ਸਾਡੀ ਮਿਹਨਤ ਨਾਲ ਆਉਣੇ, ਬੱਚਿਆਂ ਦੀ ਮਿਹਨਤ ਨਾਲ ਆਉਣੇ। ਨੋ ਡਾਊਟ ਬੱਚੇ ਇੱਧਰ ਆ ਕੇ ਮਿਹਨਤੀ ਵੀ ਬੜੇ ਨੇ, ਜਿਹੜੇ ਹੈਗੇ ਨੇ ਵਧੀਆ ਕੰਮ ਕਰਦੇ ਨੇ, ਸੋਹਣਾ ਕਰਦੇ ਨੇ, ਪੜ੍ਹਦੇ ਵੀ ਨੇ। ਲੇਕਿਨ ਦੋ ਜੌਬਾਂ ਉਹ ਵੀ ਕਰਦੇ, ਕਈ ਬੱਚੇ ਦੋ ਜੌਬਾਂ ਕਰਦੇ, ਨੈਚੁਰਲੀ ਗੁਜ਼ਾਰਾ ਨਹੀਂ ਇੱਧਰ 20 ਘੰਟਿਆਂ 'ਚ, ਤੇ ਉਹਨਾਂ ਦੇ ਬੱਸ ਪਾਸ ਤੇ ਉਹਨਾਂ ਦਾ ਖਾਣਾ ਨਹੀਂ ਨਿਕਲਣਾ, ਤੇ ਕਿਰਾਇਆ ਕਿੱਥੋਂ ਦੇਣਾ ਉਹਨਾਂ ਨੂੰ। ਕਈ ਦੇਖੋ ਜੀ, ਮੈਂ ਦੱਸਦਾ ਹੁਣ ਤੁਸੀਂ ਵੈਨਕੂਵਰ ਦੀ ਆਪਾਂ ਗੱਲ ਕਰੀਏ, ਵੈਨਕੂਵਰ ਵਿੱਚ ਮੈਜੋਰਿਟੀ ਜਿਹੜੀ ਬਜ਼ੁਰਗਾਂ ਦੀ ਮੈਜੋਰਿਟੀ ਉਹ ਬੇਰੀਆਂ ਤੋੜਨ ਦਾ ਕੰਮ ਕਰਦੇ। ਕਈ ਦੂਜਿਆਂ ਸੂਬਿਆਂ ਤੋਂ ਗਰਮੀਆਂ ਦੇ ਦਿਨਾਂ ਵਿੱਚ ਵੈਨਕੂਵਰ ਇਸੇ ਲਈ ਮੂਵ ਹੋ ਜਾਂਦੇ 4-6 ਮਹੀਨੇ ਲਈ ਵੀ ਉੱਥੇ ਕੰਮ ਮਿਲ ਜਾਣਾ ਹੈਗਾ, ਬੇਰੀਆਂ ਤੋੜਾਂਗੇ, ਕੈਸ਼ ਪੈਸੇ ਮਿਲ ਜਾਣੇ। ਹੁਣ ਉਹ ਉਮਰ ਉਹਨਾਂ ਦੀ ਕੀ ਹੁੰਦੀ ਹੈ, ਉਮਰ ਜਿਹੜੀ ਆ ਉਹ ਰਿਟਾਇਰਮੈਂਟ ਵਾਲੀ ਉਮਰ ਉਹਨਾਂ ਦੀ ਹੁੰਦੀ। ਉਹ ਰਿਟਾਇਰਮੈਂਟ ਵਾਲੀ ਉਮਰ ਦੇ ਵਿੱਚ ਵੀ ਜਿਹੜਾ ਵਾ ਉਹ ਲੱਕ ਤੋੜ ਮਿਹਨਤ ਕਰਦੇ ਹੈਗੇ ਆ, ਬੜੀ ਸਖਤ ਮਿਹਨਤ ਕਰਦੇ ਹੈਗੇ। ਔਰ ਕਈ ਵਾਰੀ ਇਸ ਗੱਲ ਤੇ ਹੈਰਾਨੀ ਹੁੰਦੀ ਹੈ ਜੇ ਉਹਨਾਂ ਨੂੰ ਪੁੱਛੋ ਵੀ ਬਜ਼ੁਰਗੋ ਕਿੱਥੋਂ ਆਏ ਹੋ, ਉਹ ਜੇ ਔਖੇ ਸੌਖੇ ਝੂਠ ਝਾੜ ਜਾਏ ਇੱਧਰ ਉੱਧਰ ਗੇਰ ਫਿਰ ਕਰਕੇ ਪਿੰਡ ਦਾ ਨਾਮ ਦੱਸਣਗੇ, ਤੇ ਫਿਰ ਪੁੱਛੀਦਾ ਉੱਥੇ ਕਿੱਦਾਂ ਤੁਹਾਡਾ ਕੰਮ ਕਰ, ਉੱਥੇ ਆਪਣੇ 40 ਕਿੱਲੇ ਹੈਗੇ ਆ ਜੀ, ਵਿੱਚ 40 ਕਿੱਲੇ ਉੱਥੇ ਹੈਗੇ ਤੇ ਇੱਥੇ ਬੇਰੀਆਂ ਤੋੜਦੇ ਫਿਰਦੇ। ਮੈਂ ਨਾਂ ਨਹੀਂ ਲਵਾਂਗਾ, ਇੱਥੇ ਮੇਰਾ ਇੱਕ ਫਰੈਂਡ ਆ, ਉਹਦੀ 36 ਕਿੱਲੇ ਜ਼ਮੀਨ ਹੈ ਜੀ, ਤੇ 36 ਕਿੱਲਿਆਂ ਦਾ ਉਹਦੇ ਹਿਸਾਬ ਨਾਲ 53,000 ਦੇ ਹਿਸਾਬ ਨਾਲ ਠੇਕਾ ਤਕਰੀਬਨ 19 ਲੱਖ ਬਣਦਾ, 18-19 ਲੱਖ ਆਉਂਦਾ, 19 ਲੱਖ ਬਣਦਾ। ਹੁਣ ਉਹ ਵਿਚਾਰਾ ਆ ਕੇ ਇੱਧਰ ਫਸ ਗਿਆ, ਆਪ ਵੀ ਆ ਗਿਆ, ਮਿਸਿਜ ਵੀ ਆ ਗਈ, ਦੋਨੇ ਬੱਚੇ ਵੀ ਆ ਗਏ ਆ। ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਉਸ ਬੰਦੇ ਦੀ ਕੀ ਪੋਜੀਸ਼ਨ, ਉਹਨੂੰ ਅੱਜ ਦੀ ਡੇਟ 'ਚ ਛੋਟੀਆਂ ਜੌਬਸ ਕਰਨੀਆਂ ਪੈ ਰਹੀਆਂ ਜਿਹੜੀਆਂ ਬਹੁਤ ਔਖੀਆਂ ਨੇ। ਉੱਥੇ 18-19 ਲੱਖ 'ਚ ਬਾਦਸ਼ਾਹ ਵਾਲੀ ਉਹਦੀ ਜ਼ਿੰਦਗੀ ਸੀ, ਚਿੱਟੇ ਕੱਪੜੇ ਪਾ ਕੇ ਤੇ ਸੱਥ 'ਚ ਬਹਿ ਸਕਦਾ ਸੀ। ਹਾਂ, ਉਹ ਕਹਿੰਦਾ, ਉਹ ਮੈਨੂੰ ਜਦੋਂ ਮਿਲਦਾ ਕਹਿੰਦਾ ਭਾਜੀ ਤੁਸੀਂ ਮੈਨੂੰ ਪਹਿਲੇ ਇਨਸਾਨ ਮਿਲੇ ਤੇ ਜਿਹਨੇ ਕਿਹਾ ਵੀ ਭਾਈ ਆਹ ਤੇਰੀ ਮੁਸ਼ਕਲਾਂ, ਤੂੰ ਵਾਪਸ ਜਾ ਸਕਦਾ, ਗੁਜ਼ਾਰਾ ਹੋ ਸਕਦਾ ਵਧੀਆ। ਲੇਕਿਨ ਕਹਿੰਦੇ ਮੈਨੂੰ ਅੱਜ ਤੱਕ ਲੋਕਾਂ ਇਹੋ ਹੀ ਕਿਹਾ ਜੀ ਕਿ ਉੱਥੇ ਨਰਕੀ ਇੱਥੇ ਸਵਰਗੀ, ਉੱਥੇ ਨਰਕੀ ਇੱਥੇ ਸਵਰਗੀ। ਇਸੇ ਚੀਜ਼ ਦੀ ਹੀ ਅਟਰੈਕਸ਼ਨ ਆਪਾਂ ਨੂੰ ਖਿੱਚੀ ਆਉਂਦੀ, ਹੋਰ ਗੱਲ ਹੋਰ ਕੋਈ ਨਹੀਂ। ਜਾਂਦੇ ਕਵਿਤਾ ਦੇ 4 ਬੰਦ ਸੁਣਾ ਦਿਓ ਹੋਰ ਫਿਰ। ਹਾਂਜੀ ਬਿਲਕੁਲ। ਮੈਂ ਤਾਂ ਉਹੀ ਗੱਲ ਕਰ ਰਿਹਾ ਕਿ ਤੁਸੀਂ ਕਹਿੰਦੇ ਕਿ ਇੰਡੀਆ ਦੇ ਵਿੱਚ ਕਿਉਂ ਹਾਲਾਤ ਮਾੜੇ, ਲੋਕੀ ਭੱਜਦੇ ਕਿਉਂ। ਉੱਥੇ ਗੱਲ ਹੈ ਜੀ, ਮਰੀਆਂ ਹੋਈਆਂ ਜ਼ਮੀਰਾਂ ਵਾਲੇ ਬੜੇ ਕਿੱਸੇ ਸੁਣੇ ਅਮੀਰਾਂ ਵਾਲੇ, ਮਰੀਆਂ ਹੋਈਆਂ ਜ਼ਮੀਰਾਂ ਵਾਲੇ ਬੜੇ ਕਿੱਸੇ ਸੁਣੇ ਅਮੀਰਾਂ ਵਾਲੇ। ਕਿਉਂਕਿ ਉਹ ਉੱਥੇ ਵੀ ਉਹ ਹਾਲ ਹੈ ਤੇ ਇੱਥੇ ਵੀ ਉਹ ਹਾਲ ਹੈ। ਇੱਥੇ ਵੀ ਜਿਹੜੇ ਅਮੀਰ ਦਿਨੋਂ ਦਿਨ ਬਣਦੇ ਉਹ ਕਿਸੇ ਸੌਖੀ ਚੀਜ਼ ਨਾਲ ਨਹੀਂ ਬਣਦੇ, ਇੱਥੇ ਵੀ ਬੜਾ ਠੀਕ ਤਰੀਕੇ ਉਹੀ ਹੈ। ਪੈਸਾ ਤੇ ਬਸ ਪੈਸਾ, ਦਿਨ ਰਾਤ ਮਾਇਆ ਨੂੰ ਜੱਫੇ, ਜਿਹੜਾ ਅਸੀਂ ਜੱਫਾ ਜਿਹਨੂੰ ਜੱਫੀ, ਹਾਂਜੀ ਆ ਵੀ ਮੇਰਾ ਉਹ ਵੀ ਮੇਰਾ, ਹਰ ਪਾਸਿਓਂ ਮਿਲ ਜਾਣ ਗੱਫੇ। ਜਿੰਨਾ ਪੈਸਾ ਇਕੱਠਾ ਧਨ ਕਰ ਸਕਦਾ ਕਰ ਲਓ ਜੀ। ਠੀਕ ਹੈ। ਲੋਟੂ ਚੋਰ ਤੇ ਰਿਸ਼ਵਤਖੋਰ, ਸੋਹਣੀਆਂ ਜਿਹੀਆਂ ਤਸਵੀਰਾਂ ਵਾਲੇ। ਕੀ ਬਾਤ ਹੈ। ਕਦੀ ਵੇਖੋ ਜਿਹੜੇ ਪੈਸੇ ਵਾਲੇ ਹੋਣਗੇ, ਮੇਰਾ ਟਾਈਆਂ ਛਾਈਆਂ ਲਾਏ ਹੋਣਗੇ ਜੀ, ਹੁਣ ਤੁਸੀਂ ਆਪਣੇ ਵਾਲੇ ਪਾਸੇ ਨਾਲ ਗੱਲ ਲੈ ਜਾਓ, ਮੈਂ ਟਾਈ ਲਾਈ ਨਹੀਂ, ਕੋਟ ਸ਼ੋਟ ਪਾਏ ਹੋਣਗੇ, ਵੱਖਰੇ ਦਿਖਣਗੇ ਦੂਜੇ। ਹਾਂਜੀ ਠੀਕ ਹੈ। ਨੋ ਡਾਊਟ ਅਮੀਰ ਵੀ ਚੰਗੇ ਹੁੰਦੇ, ਜਿਵੇਂ ਪਿਛਲੀ ਵਾਰੀ ਕਿਹਾ ਸੀ ਕਿ ਭਲਾ ਮਾਨਸ ਬੰਦਾ ਵੀ ਅਮੀਰ ਹੋ ਸਕਦਾ, ਉਹਦੇ ਰੰਗ ਨੇ ਰੱਬ ਦੇ ਕੁਦਰਤ ਦੇ, ਉਹ ਵੀ ਗੱਲ ਕਰਾਂਗੇ। ਉਹਦੇ ਰੰਗ ਨੇ ਜਿਹਨਾਂ ਨੇ ਅਮੀਰੀ ਦੇਣੀ, ਗਰੀਬੀ ਦੇਣੀ, ਕਿਉਂਕਿ ਜਿਹੜੇ ਜ਼ਮੀਰ ਮਾਰ ਕੇ ਅਮੀਰ ਹੁੰਦੇ ਨੇ। ਠੀਕ ਹੈ ਜੀ। ਲੋਟੂ ਚੋਰ ਤੇ ਰਿਸ਼ਵਤਖੋਰ, ਸੋਹਣੀਆਂ ਜਿਹੀਆਂ ਤਸਵੀਰਾਂ ਵਾਲੇ, ਮਰੀਆਂ ਹੋਈਆਂ ਜ਼ਮੀਰਾਂ ਵਾਲੇ, ਬੜੇ ਕਿੱਸੇ ਸੁਣੇ ਅਮੀਰਾਂ ਵਾਲੇ। ਇਹ ਸਾਡੇ ਵਰਗੇ ਰਾਈਟਰਾਂ ਮੂਰਖਾਂ ਦਾ ਕੰਮ ਹੈ, ਜੇ ਲਿਖੀ ਜਾਂਦੇ ਆ। ਜਿਸ ਔਲਾਦ ਲਈ ਸਭ ਨੂੰ ਲੁੱਟਣ, ਉਹ ਭਾਵੇਂ ਰੋਟੀ ਨਾ ਪੁੱਛਣ। ਸ਼ੂਗਰ BP ਕਈ ਬਿਮਾਰੀਆਂ, ਦਵਾਈਆਂ ਭਾਵੇਂ ਸਾਰੀ ਉਮਰ ਨਾ ਛੁੱਟਣ। ਕਈਆਂ ਦੀ ਤਾਂ ਪਿਛਲੀ ਉਮਰੇ ਵੇਖੇ ਹਾਲ ਫਕੀਰਾਂ ਵਾਲੇ, ਬੜੇ ਕਿੱਸੇ ਸੁਣੇ ਅਮੀਰਾਂ ਵਾਲੇ, ਮਰੀਆਂ ਹੋਈਆਂ ਜ਼ਮੀਰਾਂ ਵਾਲੇ। ਵੱਡੇ ਘਰ ਤੇ ਵੱਡੀਆਂ ਕਾਰਾਂ, ਵਾਹ ਹੋਵੇ ਵਿੱਚ ਸਰਕਾਰਾਂ। ਕਿਉਂਕਿ ਸਾਰੀ ਜਗ੍ਹਾ ਅਮੀਰ ਬੰਦੇ ਦੀ ਵਾਹ, ਚਾਹੇ ਕੈਨੇਡਾ ਚਾਹੇ ਉੱਥੇ, ਸਾਰੇ ਪੁੱਛਦੀ ਆ ਸਰਕਾਰਾਂ। ਵੱਡੇ ਘਰ ਤੇ ਵੱਡੀਆਂ ਕਾਰਾਂ, ਵਾਹ ਹੋਵੇ ਵਿੱਚ ਸਰਕਾਰਾਂ। ਮਜ਼ਦੂਰਾਂ ਤੇ ਮਜਬੂਰਾਂ ਨੂੰ ਲੁੱਟ ਕੇ ਦਾਨ ਚੜਾਉਂਦੇ ਵਿੱਚ ਦਰਬਾਰਾਂ। ਸਭ ਤੋਂ ਵੱਧ ਦਾਨ ਵੀ ਉਹੀ ਕਰਦੇ। ਬਿਲਕੁਲ। ਮੂੰਹ ਤੋਂ ਖੋ ਕੇ
ਮੂੰਹ ਵਿੱਚ ਤੁੰਨਣ ਲੰਗਰ ਕੜਾਹ ਖੀਰਾਂ ਵਾਲੇ ਬੜੇ ਕਿੱਸੇ ਵੇਖੇ ਅਮੀਰਾਂ ਵਾਲੇ ਬਹੁਤ ਖਸਤਾਇਰਾ ਹਾਂਜੀ ਮਰੀਆਂ ਹੋਈਆਂ ਜ਼ਮੀਨਾਂ ਵਾਲੇ ਹੇਰਾ ਫੇਰੀ ਟੈਕਸ ਦੀ ਚੋਰੀ ਹੁਣ ਬਣਦਾ ਬੰਦਾ ਕਿਤਨਾ ਅਮੀਰ ਹੈ ਹੇਰਾ ਫੇਰੀ ਟੈਕਸ ਦੀ ਚੋਰੀ ਫਿਰ ਉਡਾਉਂਦੇ ਵਿੱਚ ਕਲੱਬਾਂ ਗੋਲਫ ਖੇਡਣਗੇ ਵੱਖਰੇ ਸ਼ੌਂਕ ਹੋਣਗੇ ਉਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਅਮੀਰ ਬਣੇ ਹੋਣਗੇ ਨਵੇਂ ਗੋਲਫਾਂ ਤੇ ਹੋਰ ਬੜੇ ਬੜੇ ਕਲੱਬਾਂ 'ਚ ਜੇ ਉਹਨਾਂ ਨੂੰ ਮਤਲਬ ਦੂਜੇ ਪਾਸੇ ਧਿਆਨ ਨਹੀਂ ਹੁੰਦਾ ਹੇਰਾ ਫੇਰੀ ਟੈਕਸ ਦੀ ਚੋਰੀ ਫਿਰ ਉਡਾਉਂਦੇ ਵਿੱਚ ਕਲੱਬਾਂ ਲੀਡਰ ਅਫਸਰ ਬੇਈਮਾਨ ਜੋ ਹਰਾਮਖੋਰੀ ਫਿਰ ਵੜਦੀ ਵਿੱਚ ਹੱਡਾਂ ਸੁੱਖ ਚੈਨ ਤੋਂ ਵਾਂਝੇ ਹੁੰਦੇ ਬਲ ਵੱਡੀਆਂ ਵੱਡੀਆਂ ਜ਼ਗੀਰਾਂ ਵਾਲੇ ਬੜੇ ਕਿੱਸੇ ਸੁਣੇ ਅਮੀਰਾਂ ਵਾਲੇ ਮਰੀਆਂ ਹੋਈਆਂ ਜ਼ਮੀਰਾਂ ਵਾਲੇ। ਬਹੁਤ ਮਿਹਰਬਾਨੀ ਬਲ ਸਾਹਿਬ। ਮੈਂ ਆਪਣੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜੀ ਅਸੀਂ ਕਿਸੇ ਨੂੰ ਡਿਸਕਰਜ ਨਹੀਂ ਕਰਦੇ। ਜੇ ਤੁਸੀਂ ਮਨ ਬਣਾਇਆ ਹੋਇਆ ਵਿਦੇਸ਼ ਜਾਣ ਦਾ ਜਾਣਾ ਚਾਹੀਦਾ। ਜਿਹਦਾ ਵੀ ਕਿਸੇ ਤਰੀਕੇ ਨਾਲ ਢੋ ਮੇਲਾ ਬਣਦਾ ਬਹਾਨਾ ਬਣਦਾ ਦਾ ਵੱਜਦਾ ਜ਼ਰੂਰ ਮਾਰ ਲੈਣਾ ਚਾਹੀਦਾ ਪਰ ਸਿੱਧੇ ਤਰੀਕੇ ਨਾਲ ਪੁੱਠੇ ਤਰੀਕੇ ਨਾਲ ਨਹੀਂ। ਮਿਹਨਤ ਕਰਨੀ ਪੈਣੀ ਜੇ ਇਹ ਤੁਸੀਂ ਸੋਚੋ ਇੱਥੇ ਆ ਕੇ ਮਿਹਨਤ ਕਰਨੀ ਪੈਣੀ ਹੈ। ਮਿਹਨਤ ਨਹੀਂ ਤੁਸੀਂ ਦੇਖੋ ਇਹ ਆਪਣੇ ਆਪ ਦੇ ਨਾਲ ਇੱਕ ਵਾਅਦਾ ਕਰਨ ਵਾਲੀ ਗੱਲ ਹੈ। ਬਿਲਕੁਲ ਵਾਅਦਾ ਕਰਨ ਵਾਲੀ ਗੱਲ ਹੈ ਕਿ ਅਸੀਂ ਮਿਹਨਤ ਕਰਾਂਗੇ। ਮਿਹਨਤ ਕਰੋਗੇ ਮਿੱਤਰੋ ਤੇ ਤੁਸੀਂ ਆਪਣੇ ਪਿਛਲੇ ਸਾਕ ਸੰਬੰਧੀਆਂ ਦਾ ਭਰਾਵਾਂ ਦਾ ਰਿਸ਼ਤੇਦਾਰਾਂ ਦਾ ਕੁਝ ਸਵਾਰ ਦਿਓਗੇ ਉਹਨਾਂ ਦੇ ਵਿੱਚ ਆਪਣਾ ਨਾਂ ਚਮਕਾ ਲਓਗੇ। ਚਮਕਾਉਣਾ ਵੀ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਨਹੀਂ ਤੇ ਫਿਰ ਤਾਂ ਧੋਬੀ ਦਾ ਕੁੱਤੇ ਵਾਲੀ ਗੱਲ ਆ ਵੀ ਨਾ ਘਰ ਦਾ ਨਾ ਘਾਟ ਦਾ। ਹਾਂਜੀ ਵੀ ਉਧਰ ਵੀ ਕੁਝ ਨਹੀਂ ਕੀਤਾ ਤੇ ਇੱਧਰ ਆ ਕੇ ਇੱਧਰ ਵੀ ਕੁਝ ਨਹੀਂ ਕੀਤਾ। ਕੋਸ਼ਿਸ਼ ਕਰੋ ਜੇ ਘਾਟ ਤੇ ਚੱਲ ਗਏ ਜੇ ਤੇ ਘਾਟ ਹੀ ਸਵਰਗ ਬਣਾ ਦਿਓ ਤੇ ਜੇ ਘਰ ਤੇ ਜੇ ਤੇ ਘਰ ਵੀ ਸਵਰਗ ਬਣਾ ਦਿਓ। ਬਹੁਤ ਮਿਹਰਬਾਨੀ ਬਲ ਸਾਹਿਬ। ਬੜੀਆਂ ਖੁੱਲੀਆਂ ਗੱਲਾਂ ਤੁਸੀਂ ਖੁੱਲ ਕੇ ਕਰਦੇ ਹੋ। ਬੜਾ ਮਨ ਖੁਸ਼ ਹੁੰਦਾ ਬੜੀ ਰੂਹ ਖੁਸ਼ ਹੁੰਦੀ। ਲੋਕ ਚਾਹੇ ਗਾਲਾਂ ਕੱਢਣ। ਥੈਂਕ ਯੂ ਵੈਰੀ ਮਚ। ਥੈਂਕ ਯੂ।